बुद्धि नूं बालियां बातां तो समेट के मस्तक ते देखते मैं आत्मा चमकती हुई ज्योति प्योर एनर्जी हाँ। ਬੁਰੀਕੁਟੀ ਦੇ ਅਕਾਲ ਤਖਤ ਤੇ ਬੈਠ ਕੇ ਅਸੀਂ ਆਪਣਾ ਪਾਠ ਪਲੇ ਕਰ ਰਹੇ। ਇਹ ਪੰਜ ਤੱਤਾਂ ਦਾ ਸਰੀਰ ਸਾਡਾ ਵਸਤਰ, ਜਿਸ ਨੂੰ ਪਹਿਨ ਕੇ ਮੈਂ ਆਤਮਾ ਇਸ ਸ੍ਰਿਸ਼ਟੀ ਰੰਗ ਮੰਚ ਤੇ ਖੇਲ ਖੇਲ ਰਹੀ ਹਾਂ ਤੇ ਸਾਨੂੰ ਇਹ ਪੂਰੀ ਸਮ੍ਰਿਤੀ ਆ। ਮੈਂ ਦੇਹ ਆਤਮਾ ਅਲੱਗ ਹਾਂ ਤੇ ਇਹ ਦੇਹ ਅਲੱਗ ਹੈ। ਜਦੋਂ ਅਸੀਂ ਇਸ ਸ੍ਰਿਸ਼ਟੀ ਤੇ ਆਏ, ਪਹਿਲਾਂ ਪਾਠ ਪਲੇ ਕਰਨ ਦੇ ਲਈ ਅਸੀਂ ਸੰਪੂਰਨ ਪਵਿੱਤਰ ਸੀ ਤੇ ਪਿਓਰਿਟੀ ਦਾ ਅਰਥ ਆ ਕਿ ਸਾਡੇ ਤੇ ਬਾਹਰ ਦਾ ਇਸ ਪੰਜ ਤੱਤਾਂ ਦੀ ਦੁਨੀਆ ਦਾ ਕੋਈ ਵੀ ਲੇਪ ਛੇਪ ਨਹੀਂ ਸੀ, ਨਾ ਸਾਡੇ ਸੋਚਣੇ ਤੇ, ਨਾ ਬੋਲ ਤੇ, ਨਾ ਕਰਮਾਂ ਤੇ। ਅਸੀਂ ਆਪਣੇ ਸੱਚੇ ਸਰੂਪ ਵਿੱਚ ਸਥਿਤ ਰਹਿ ਕੇ ਆਪਣੇ ਕਰਮਾਂ ਨੂੰ, ਆਪਣੇ ਗੁਣਾਂ ਨੂੰ, ਸ਼ਕਤੀਆਂ ਨੂੰ ਐਕਸਪ੍ਰੈਸ ਕਰਦੇ। ਦੋ ਯੁੱਗ ਅਸੀਂ ਆਪਣੀ ਸੰਪੂਰਨ ਪਿਓਰਿਟੀ ਦੇ ਵਿੱਚ ਆ ਕਿ ਜੋ ਆਤਮਾ ਦੇ ਖਜ਼ਾਨੇ ਆ ਉਸ ਨੂੰ ਯੂਜ਼ ਕਰਦੇ। ਦੁਆਪਰ ਤੋਂ ਦੇਹ ਵਿਮਾਨ ਆਇਆ, ਅਸੀਂ ਯੋਗੀ ਤੋਂ ਭੋਗੀ ਬਣ ਗਏ। ਦੇਹ ਸਮਝ ਕੇ ਜੋ ਵੀ ਕਰਮ ਕੀਤਾ ਉਸ ਦਾ ਲੇਪ ਛੇਪ ਆਤਮਾ ਤੇ ਲੱਗਦਾ ਰਿਹਾ। ਉਸ ਦਾ ਪ੍ਰਭਾਵ ਸਾਡੀ ਸੋਚ ਤੇ ਪਿਆ, ਸਾਡੇ ਬੋਲ ਤੇ, ਕਰਮਾਂ ਤੇ, ਵਿਵਹਾਰ ਤੇ ਪੈਂਦਾ ਆਇਆ ਤੇ ਲੇਪ ਛੇਪ ਹੀ ਆ ਜੋ ਆਤਮਾ ਨੂੰ ਇੰਪਿਓਰ ਬਣਾ ਦਿੰਦਾ, ਮੈਲਾ ਕਰ ਦਿੱਤਾ। ਦੇਵਮਾਨ ਵਿੱਚ ਆ ਕੇ ਅਸੀਂ ਜੋ ਕੁਝ ਵੀ ਕਰਦੇ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ ਕਰਦੇ, ਜਿਹਦੇ ਨਾਲ ਹੀ ਕਰਮਾਂ ਦੇ ਕਿੰਨੇ ਖਾਤੇ ਬਣਦੇ ਗਏ। ਇਹ ਸੰਗਮ ਯੁੱਗ ਐਸਾ ਸਮਾਂ ਆਉਂਦਾ ਜਦੋਂ ਆਤਮਾ ਪਰਮਾਤਮਾ ਦਾ ਮਿਲਣ ਹੁੰਦਾ। ਨਿਰਾਕਾਰ ਸ਼ਿਵ ਪਿਤਾ ਆਪਣਾ ਉੱਚ ਧਾਮ ਛੋੜ ਕੇ ਇਸ ਸ੍ਰਿਸ਼ਟੀ ਰੰਗ ਮੰਚ ਤੇ ਆਉਂਦੇ ਤੇ ਫਿਰ ਤੇ ਸਾਨੂੰ ਆਤਮਾ ਨੂੰ ਅਗਿਆਨਤਾ ਤੇ ਅੰਧਕਾਰ ਚੋਂ ਕੱਢ ਕੇ, ਦੇਹ ਅਭਿਮਾਨ ਚੋਂ ਕੱਢ ਕੇ ਸਾਨੂੰ ਸਾਡੀ ਪਹਿਚਾਣ ਦਿੰਦੇ ਕਿ ਬੱਚੇ ਤੁਸੀਂ ਦੇਹ ਨਹੀਂ, ਦੇਹ ਨੂੰ ਚਲਾਉਣ ਵਾਲੀ ਸ਼ਕਤੀ ਆਤਮਾ ਹੋ। ਬਾਬਾ ਸਾਨੂੰ ਸਾਡੇ ਗੁਣਾਂ ਦਾ, ਸ਼ਕਤੀਆਂ ਦੀ ਯਾਦ ਦਿਲਾਉਂਦੇ, ਸਮ੍ਰਿਤੀ ਦਿਲਾਉਂਦੇ। ਤੇ ਜੇ ਸਾਡੀ ਰੋਜ਼-ਰੋਜ਼ ਦੀ ਪੜ੍ਹਾਈ ਆ, ਇਸ ਨੂੰ ਕਹਿੰਦੇ ਰਾਜ ਯੋਗ, ਜੋ ਨਿਰਾਕਾਰ ਸ਼ਿਵ ਪਿਤਾ ਪੜ੍ਹਾ ਰਹੇ ਆ। ਇਸ ਪੜ੍ਹਾਈ ਦੇ ਨਾਲ ਹੀ ਸਾਨੂੰ ਸਮਝ ਆਉਂਦੀ ਰਾਈਟ ਕੀ ਆ, ਰੋਂਗ ਕੀ ਆ, ਸਾਡਾ ਆਪਣਾ ਕੀ ਆ ਤੇ ਪੰਜ ਤੱਤਾਂ ਦਾ, ਰਾਵਣ ਦਾ ਕੀ ਆ। ਕਿਹੜੀਆਂ ਬਾਤਾਂ ਨੇ ਸਾਨੂੰ ਦੁੱਖ ਦਿੱਤਾ, ਕਿਹੜੀਆਂ ਬਾਤਾਂ ਦੇ ਕਾਰਨ ਆਤਮਾ ਦੁਖੀ ਸ਼ਾਂਤ ਹੋਈ ਤੇ ਹੁਣ ਕਿਸ ਵਿਧੀ ਦੇ ਨਾਲ ਫਿਰ ਤੋਂ ਅਸੀਂ ਪਾਵਨ ਸੁਖੀ ਬਣਦੇ। ਜਿੰਨਾ ਆਤਮਾ ਸਮਝ ਉਸ ਪਿਤਾ ਨੂੰ ਯਾਦ ਕਰਦੇ, ਆਪਣੇ ਮਨ ਬੁੱਧੀ ਨੂੰ ਇਸ ਪੰਜ ਤੱਤਾਂ ਦੀ ਦੁਨੀਆ ਤੋਂ ਬਾਹਰ ਲੈ ਕੇ ਜਾਂਦੇ ਤੇ ਬਾਬਾ ਦੇ ਨਾਲ ਕਨੈਕਟ ਕਰਦੇ ਜਾਂਦੇ, ਆਤਮਾ ਪਾਵਨ ਸ਼ੁੱਧ ਬਣਦੀ ਜਾਂਦੀ। ਇਸ ਸਾਰੀ ਯਾਤਰਾ ਦੇ ਜੋ ਵੀ ਆਤਮਾ ਤੇ ਲੇਪ ਛੇਪ ਲੱਗੇ ਉਹ ਸਾਰੇ ਉਤਰਦੇ ਜਾਂਦੇ। ਅਸੀਂ ਇਹ ਦ੍ਰਿੜ ਨਿਸ਼ਚੈ ਕਰਦੇ, ਹਿੰਮਤ ਦਾ ਇੱਕ ਕਦਮ ਰੱਖਦੇ ਕਿ ਬਾਬਾ ਜੋ ਤੁਸੀਂ ਸਾਨੂੰ ਕਹਿੰਦੇ ਉਹ ਸਾਰਾ ਅਸੀਂ ਧਾਰਨ ਕਰਨਾ, ਉਸ ਦਾ ਸਵਰੂਪ ਬਣਨਾ। ਤੇ ਬਾਬਾ ਦੀ 1000 ਕਦਮ ਦੀ ਮਦਦ ਸਾਨੂੰ ਮਿਲ ਰਹੀ ਕਰਕੇ ਆਤਮਾ ਸਾਰਾ ਚੱਕਰ ਲਗਾਉਂਦੀ ਇੰਨੀ ਕਮਜ਼ੋਰ ਹੋ ਗਈ, ਸਾਡੇ ਵਿੱਚ ਤਾਕਤ ਨਹੀਂ ਆਪਣੇ ਗੁਣਾ ਸ਼ਕਤੀਆਂ ਨੂੰ ਯੂਜ਼ ਕਰਨੇ ਦੀ। ਇਹ ਬਾਬਾ ਦੀ ਤਾਕਤ ਆ ਜੋ ਸਾਨੂੰ ਆਣ ਕੇ ਇੰਨੀ ਹਿੰਮਤ ਦਿੰਦੀ ਕਿ ਅਸੀਂ ਫਿਰ ਤੋਂ ਆਪਣੇ ਗੁਣਾ ਸ਼ਕਤੀਆਂ ਨੂੰ ਯੂਜ਼ ਕਰਨ ਲੱਗ ਜਾਂਦੇ। ਤੇ ਸਾਡਾ ਬਾਬਾ ਨਾਲ ਵਾਅਦਾ ਆ, ਬਾਬਾ ਦੇ ਸਾਥ ਰਹਿਣਾ, ਬਾਬਾ ਦੀ ਸ਼੍ਰੀਮਤ ਤੇ ਚੱਲਣਾ ਤੇ ਬਾਬਾ ਦੇ ਜੈਸੇ ਬਣਨਾ। ਮਨ ਬੁੱਧੀ ਦੇ ਨਾਲ ਉੜ ਚੱਲਦੇ ਇਸ ਪੰਜ ਤੱਤਾਂ ਦੀ ਦੁਨੀਆ ਤੋਂ ਪਾਰ, ਆਵਾਜ਼ ਦੀ ਦੁਨੀਆ ਤੋਂ ਦੂਰ, ਸੂਰਜ, ਚਾਂਦ, ਤਾਰਾਗਣ ਨੂੰ ਕ੍ਰੋਸ ਕਰਦੇ। ਇਹ ਸਾਡੀ ਰੂਹਾਨੀ ਯਾਤਰਾ ਜੋ ਰੂਹਾਨੀ ਪਿਤਾ ਨੇ ਸਿਖਲਾਈ। ਆਪਣੇ ਘਰ ਪਹੁੰਚ ਜਾਂਦੇ, ਨਿਰਵਾਣ ਧਾਮ, ਸ਼ਾਂਤੀ ਧਾਮ, ਜਿੱਥੇ ਸਾਡੇ ਪਿਤਾ ਰਹਿੰਦੇ। ਬਾਬਾ ਦੇ ਬਿਲਕੁਲ ਪਾਸ ਆ ਕੇ ਬੈਠਦੇ। ਮੈਂ ਆਤਮਾ ਜੋਤੀ, ਮੇਰਾ ਪਿਤਾ ਵੀ ਜੋਤੀ ਸਵਰੂਪ। ਸਾਰੇ ਦਿਨ ਵਿੱਚ ਕੋਈ ਵੀ ਬਾਤ ਆਈ ਹੋਵੇ, ਬੋਝ ਆਇਆ ਹੋਵੇ, ਆਪਣੇ ਪਿਤਾ ਨੂੰ ਸੁਣਾ ਕੇ ਹਲਕੇ ਹੋ ਜਾਂਦੇ ਤੇ ਬਾਬਾ ਆਪਣੇ ਸਾਰੇ ਗੁਣਾ ਸ਼ਕਤੀਆਂ ਦੇ ਨਾਲ ਸਾਨੂੰ ਭਰਪੂਰ ਕਰਦੇ। ਜਿੰਨਾ ਅਸੀਂ ਆਪਣਾ ਪੁਰਾਣਾਪਨ ਬਾਬਾ ਨੂੰ ਸੌਂਪਦੇ ਜਾਂਦੇ ਹਾਂ, ਬਾਬਾ ਦੇ ਸਾਰੇ ਖਜ਼ਾਨੇ, ਖੂਬੀਆਂ ਸਾਡੇ ਅੰਦਰ ਡਾਊਨਲੋਡ ਹੁੰਦੇ ਜਾਂਦੇ। ਬਾਬਾ ਤੋਂ ਆਗਿਆ ਲੈਂਦੇ ਅੱਜ ਦਾ ਸੈਸ਼ਨ ਸ਼ੁਰੂ ਕਰਨੇ ਦੀ।
ते धीरे धीरे वापस आउंदे। चारों ओर प्रेम, सुख, शांति, शक्ति ਦੀਆਂ किरणां फैलाਉਂਦੇ ਹੋਏ फिर तो इस पंज तत्तां ਦੀ दुनिया ਦੇ ਵਿੱਚ ਆਪਣੇ ਸਰੀਰ ਰੂਪੀ ਵਸਤਰ ਨੂੰ ਮੈਂ ਆਤਮਾ ਪਹਿਨ ਲੈਂਦੀ। ਬ੍ਰਿਕੁਟੀ ਤੇ ਬਿਰਾਜਮਾਨ ਅਸੀਂ ਗੋਡਲੀ ਸਟੂਡੈਂਟ ਆ। ਸਾਨੂੰ ਪੜਾਉਣ ਵਾਲਾ ਊਂਚ ਤੇ ਊਂਚ ਨਿਰਾਕਾਰ ਸ਼ਿਵ ਪਿਤਾ, ਤੇ ਇਸ ਬਾਤ ਦਾ ਸਾਨੂੰ ਪੂਰਾ ਪੂਰਾ ਨਿਸ਼ਚੈ ਆ ਕਿ ਸਾਨੂੰ ਪੜਾਉਣ ਵਾਲਾ ਬੇਹੱਦ ਦਾ ਬਾਪ ਆ। ਇਸ ਪੜ੍ਹਾਈ ਨੂੰ ਪੜ੍ਹ ਕੇ ਹੀ ਅਸੀਂ ਵਿਸ਼ਵ ਦੇ ਮਾਲਿਕ ਬਣ ਰਹੇ। ਇਸ ਅਵੇਅਰਨੈਸ ਦੇ ਵਿੱਚ ਬਾਬਾ ਦੇ ਅੱਜ ਦੇ ਮਹਾਵਾਕਿਆ ਸੁਣਦੇ। ਓਮ ਸ਼ਾਂਤੀ। ਅੱਜ ਆ ਨਵੰਬਰ 19th 2022 ਪ੍ਰਾਤਾ ਮੁਰਲੀ। ओम शांति। बाप दादा मधुबन। मीठे बाबा बोले, मीठे बच्चे, पतित पावन बाप आए हैं, पावन बनाकर पावन दुनिया का वर्षा देने। पावन बनने वालों को ही सदगति प्राप्त होती है। बाबा नू की क्या जांदा? पतित पावन। अर्थ किया, जो आत्मावां चक्कर लगाउंदियां पतित बन गईयां, देव मान विच आ गईयां। बाबा ऐसी विधियां दसदे, ऐसी समझ दिंदे आ जिन्हों धारण करके आत्मा पावन बनदी। कराउंदा बाबा आ, करना आपां आ। हिम्मते बच्चे मद दे बाप। बाबा आण के सुखां दियां पावन बनने दियां विधियां दसदे, है ना। फिर करना आपां आ। बाबा कहंदे करन विच बच्चे नंबरवार आ, पर बाप दा बच्चों नाल इन्ना प्यार आ, सारियां नूं इक्को जिहा खजाना दिंदे। बाबा कहते पावन बनाकर पावन दुनिया का वर्षा देने। पावन बनने वालों को ही सदगति प्राप्त होगी। पावन किया कहते ना, शेरनी का दुध सोने के बर्तन विच ठहरदा, इदां ही बाबा उहदे ज्ञान रतन इन्ने उच्चे आ, सुच्चे आ कि साडी बुद्धि रूपी जदों बर्तन स्वच्छ होगा फिर ही ओह ठहर सकदे। नहीं तां की आ, साडे ते इन्नियां देव मान दियां विकारां दियां लेयर्स चढ़ियां आ, ਉਹ ਬਾਬਾ ਦੇ ਗਿਆਨ ਨੂੰ ਫੀਲ ਹੋਣ ਨਹੀਂ ਦਿੰਦੀਆਂ। ਬਾਬਾ ਤਾਂ ਦਾਤਾ ਆ, ਉਹ ਦਿੰਦਾ ਜਾ ਰਿਹਾ, ਪਰ ਕੀ ਆ, ਸਾਡੇ ਬੁੱਧੀ ਤੇ ਉਹ ਬਾਤਾਂ ਠਹਿਰਨਗੀਆਂ ਨੇ, ਕਿਉਂਕਿ ਮਾਇਆ ਦੀ ਇੰਨੀ ਹਲਚਲ ਆ। ਬਾਬਾ ਨੇ ਕਿਹਾ ਨਾ, ਮਾਇਆ ਦੀ ਕਿੰਨੀ ਰੌਣਕ ਆ, ਪਰ ਜਿੰਨਾ ਜਿੰਨਾ ਮਨ ਬੁੱਧੀ ਆਪਾਂ ਬਾਰ-ਬਾਰ ਖਿੱਚ ਕੇ ਬਾਬਾ ਨਾਲ ਲਾਉਂਦੇ ਆ, ਉਹਦੀ ਚਾਰਜਿੰਗ ਦੇ ਨਾਲ ਹੀ ਆਤਮਾ ਪਾਵਨ ਬਣਦੀ ਜਾਂਦੀ। ਫਿਰ ਆਪਾਂ ਨੂੰ ਕਿਤੇ ਕੋਈ ਮਿਹਨਤ ਨਹੀਂ। ਜੋ ਆਪਾਂ ਕਹਿੰਦੇ ਨਾ, ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ, कि आत्मा तो दिखाई नहीं दिंदी। आत्मा ते जो लेप छेप लगे हुए अपनी सारी यात्रा दे, वो इस सहज विधि दे नाल उतरदे। बाबा कहंदे फिर ही बच्चों नूं सदगति मिलदी। सदगति की आ? सतयुगी दुनिया दा वर्षा, जीवन मुक्त स्थिति। आज दा प्रश्न आ, भोगी जीवन योगी जीवन में परिवर्तन होने का मुख्य आधार क्या है? भोगी जीवन ते योगी जीवन, अर्थ ਇਹਦਾ ਅੰਤਰ ਕੀ ਆ? ਯੋਗੀ ਆ ਕਿ ਸਾਡਾ ਯੋਗ ਤਾਂ ਹਮੇਸ਼ਾ ਹੀ ਲੱਗਿਆ ਆ, ਪਰ ਕਿਹਦੇ ਨਾਲ ਯੋਗ ਲੱਗਿਆ ਆ, ਹੈਨਾ। ਹੁਣ ਆਪਣਾ ਯੋਗ ਲੱਗਦਾ ਆ ਆਪਣੇ ਸੱਚੇ ਸਵਰੂਪ ਦੇ ਨਾਲ। ਜਦੋਂ ਆਪਣੇ ਆਪ ਨੂੰ ਜਾਣ ਗਏ ਅਸੀਂ ਕੌਣ ਆ, ਸਾਡੀ ਗੁਣ ਸ਼ਕਤੀਆਂ ਕੀ ਆ, ਤੇ ਸਾਡੇ ਚ ਤਾਕਤ ਆ ਉਹਨਾਂ ਨੂੰ ਯੂਜ਼ ਕਰਨੇ ਦੀ। ਉਹ ਕਦੋਂ ਆਉਂਦੀ? ਜਦੋਂ ਬਾਬਾ ਦੇ ਨਾਲ ਕਨੈਕਸ਼ਨ ਜੁੜਦਾ। ਇਹ ਆਪਣਾ ਯੋਗੀ ਜੀਵਨ, ਕਿ ਰਾਜ ਯੋਗੀ ਆ ਨਾ, ਆਪਣੇ ਆਪ ਦੇ ਰਾਜਾ ਬਣਦੇ, ਆਪਣੀ ਕਰਮ ਇੰਦਰੀਆਂ ਦੇ ਰਾਜਾ। ਕਿਸੇ ਬਾਤ ਦੀ ਅਧੀਨਤਾ ਨਹੀਂ, ਕਰਮ ਇੰਦਰੀਆਂ ਕਿਤੇ ਵੀ ਚੰਚਲ ਨਹੀਂ ਹੋਣ। ਆਪਣਾ ਇਹ ਯੋਗੀ ਜੀਵਨ ਆ ਨਾ। ਸੰਸਾਰ ਵਿੱਚ ਰਹਿੰਦੇ ਪਰ ਸੰਸਾਰ ਦੀਆਂ ਆਕਰਸ਼ਣਾਂ ਤੋਂ ਨਿਆਰੇ। ਤੇ ਭੋਗੀ ਜੀਵਨ ਕੀ ਆ? ਹਰ ਚੀਜ਼ ਨੂੰ ਭੋਗਦੇ ਆ, ਹਨਾ। ਜਿੰਨੀ ਜਿੰਨੀ ਬਾਹਰ ਦੀ ਡਿਪੈਂਡੈਂਸੀ ਆ, ਕਿ ਹਰੇਕ ਚੀਜ਼ ਨੂੰ ਆਪਾਂ ਬਣਾਇਆ ਹੈ ਕਿ ਹੋਣੀ ਚਾਹੀਦੀ ਆ। ਕੋਈ ਵੀ ਖਾਣ ਪੀਣ ਦੀਆਂ ਚੀਜ਼ਾਂ ਸਾਨੂੰ ਆਕਰਸ਼ਿਤ ਕਰਦੀਆਂ ਆ, ਹੈਨਾ, ਕਿ ਜਿੰਨਾ ਚਾਹੀਦਾ ਉਹ ਤੋਂ ਵੀ ਵਾਧੂ ਆ, ਪਰ ਫਿਰ ਵੀ ਸਾਡੀ ਬਾਹਰ ਦੀ ਜਿਹੜੀ ਲਾਲਸਾ ਆ ਉਹ ਮੁੱਕਦੀ ਨਹੀਂ। ਜਦੋਂ ਆਪਣੇ ਆਪ ਨੂੰ ਭੁੱਲੇ ਹੋਏ ਆ, ਬਾਹਰਲੀਆਂ ਚੀਜ਼ਾਂ ਵਾਸਤੇ ਹੈਗੀਆਂ ਤਾਂ ਅਸੀਂ ਸੁਖੀ ਆ, ਤਾਂ ਸਾਡੇ ਮਨ ਨੂੰ ਸ਼ਾਂਤੀ ਆ, ਜਦੋਂ ਬਾਹਰ ਸਾਰਾ ਕੁਝ ਸਾਡੇ ਅਨੁਕੂਲ ਹੋ ਰਿਹਾ। ਡਿਪੈਂਡੈਂਸੀਆਂ ਬਣਾਈਆਂ ਨਾ, ਭੋਗੀ ਜੀਵਨ ਬਣਾ ਲਿਆ ਕਿ ਜਦੋਂ ਫਿਰ ਬਾਹਰੋਂ ਸੁੱਖ ਭੋਗਦੇ ਆ ਫਿਰ ਦੁੱਖ ਵੀ ਭੋਗਦੇ ਆ। ਜੋ ਵੀ એનર્ਜੀ ਬਾਹਰ ਤੋਂ ਆਉਂਦੀ ਆ ਫਿਰ ਆਪਾਂ ਨੂੰ ਦੇਣਾ ਵੀ ਪੈਂਦਾ, ਹੈਨਾ। ਬਾਬਾ ਆਪਣੇ ਆਪਾਂ ਨੂੰ ਭੋਗੀ ਜੀਵਨ ਤੋਂ ਯੋਗੀ ਜੀਵਨ ਵਿੱਚ ਪਰਿਵਰਤਨ ਕਰਦੇ। बाबा कहते ਉਹਦਾ आधार है निश्चय। जब तक निश्चय नहीं कि हमको पढ़ाने वाला सव्या बेहद का बाप है, तब तक ना योग लगेगा
ना पढ़ाई ही पढ़ सकेंगे, भोगी के भोगी ही रह जाएंगे। कई बच्चे क्लास में आते हैं लेकिन पढ़ाने वाले में निश्चय नहीं, समझते हैं हाँ कोई शक्ति है, लेकिन निराकार शिव बाबा पढ़ाते हैं, ये कैसे हो सकता, ये तो नई बात है। ऐसे पत्थर बुद्धि बच्चे परिवर्तन नहीं हो सकते। ਆਪਾਂ ਨੂੰ ਆਦਤ ਕੀ ਪਈ ਆ ਕਿ ਪ੍ਰਮਾਤਮਾ ਤਾਂ ਕਦੀ ਮਿਲ ਨਹੀਂ ਸਕਦਾ, ਉਹ ਕਿਤੇ ਬਹੁਤ ਦੂਰ ਰਹਿੰਦਾ, ਬਸ ਉਹਨੇ ਸਾਨੂੰ ਦੇਈ ਜਾਣਾ, ਅਸੀਂ ਇੱਥੋਂ ਆਰਡਰ ਕਰਨਾ ਤੇ ਉਹ ਸਾਡੀਆਂ ਮੰਗਾਂ ਪੂਰੀਆਂ ਕਰੇ, ਹਨਾ। ਪਰ ਆਪਾਂ ਬਾਬਾ ਦੇ ਬੱਚਿਆਂ ਨੇ ਬਾਬਾ ਤੋਂ ਕੱਲ ਪਹਿਲਾਂ ਵੀ ਵਰਸਾ ਲਿਆ, ਹੁਣ ਫਿਰ ਜਦੋਂ ਆਣ ਕੇ ਬਾਬਾ ਨੇ ਸਾਨੂੰ ਕਿਹਾ ਬੱਚੇ ਤੁਸੀਂ ਮੇਰੇ ਆ, ਆਪਣੇ ਦਿਲ ਤੋਂ ਕੀ ਨਿਕਲਿਆ, ਹਾਂ ਬਾਬਾ ਅਸੀਂ ਤੁਹਾਡੇ ਆ। ਆਪਾਂ ਨੂੰ ਕੁਝ ਪਤਾ ਸੀ ਕਿ ਇਦਾਂ ਪਰਮਾਤਮਾ ਮਿਲੂਗਾ, ਆਪਾਂ ਕੀ ਕਵਾਂਗੇ ਬਾਬਾ ਇਹ ਵੀ ਤੁਹਾਡੀ ਕਿਰਪਾ ਆ, ਹਨਾ। ਬਾਬਾ ਆਪਾਂ ਨੂੰ ਆਣ ਕੇ ਆਪਣੀ ਪਹਿਚਾਣ ਦਿੰਦੇ ਤੇ ਆਪਾਂ ਕਹਿੰਦੇ ਬਾਬਾ ਸਾਨੂੰ ਨਿਸ਼ਚੈ ਹੋ ਗਿਆ ਕਿ ਤੁਸੀਂ ਉਹੋ ਹੀ ਆ ਕਲਪ ਪਹਿਲਾਂ ਵਾਲੇ ਜੋ ਸਾਨੂੰ ਵਰਸਾ ਦੇ ਕੇ ਗਏ ਸੀ, ਹੁਣ ਫਿਰ ਤੋਂ ਦੇ ਰਹੇ ਆ ਕਿ ਸਾਨੂੰ ਯਾਦ ਆ ਗਈ, ਹਨਾ। ਫਿਰ ਕੀ ਆਪਣਾ ਜੀਵਨ ਪਰਿਵਰਤਨ ਹੋ ਰਿਹਾ, ਭੋਗੀ ਤੋਂ ਯੋਗੀ ਜੀਵਨ ਬਣ ਗਿਆ। ਬਾਬਾ ਨਾਲ ਯੋਗ ਲਗਾਉਂਦੇ ਆਪਣੇ ਅੰਦਰ ਦੀ ਸੱਚੀ ਸ਼ਾਂਤੀ, ਸੱਚੇ ਸੁੱਖਾਂ ਦਾ ਅਨੁਭਵ ਕਰਦੇ ਜੋ ਆਤਮਾ ਦੇ ਆਪਣੇ ਖਜ਼ਾਨੇ ਆ। ਜਦੋਂ ਆਪਣੇ ਗੁਣ ਸ਼ਕਤੀਆਂ ਅੰਦਰ ਭਰਦੇ ਜਾਂਦੇ, ਆਪਣੀਆਂ ਬਾਹਰਲੀਆਂ ਡਿਪੈਂਡੈਂਸੀਜ਼ ਖਤਮ ਹੁੰਦੀਆਂ ਜਾਂਦੀਆਂ। ਦੁਆਪਰ ਤੋਂ ਕੀ ਹੋਇਆ, ਜਦੋਂ ਆਪਣੇ ਆਪ ਨੂੰ ਭੁੱਲ ਗਏ, ਆਤਮਾ 'ਚ ਤਾਕਤ ਨਹੀਂ ਰਹੀ ਤੇ ਬਾਹਰ ਤੋਂ ਸੁੱਖ ਲੱਭਣ ਲੱਗ ਗਏ, ਬਾਹਰ ਦੇ ਰਸਾਂ ਨੂੰ ਮਾਨਣ ਲੱਗੀ, ਉਹ ਭੋਗੀ ਜੀਵਨ ਹੋ ਗਿਆ। ਹੁਣ ਜਿੱਦਾਂ ਜਿੱਦਾਂ ਆਪਣੀ ਬੈਟਰੀ ਚਾਰਜ ਹੁੰਦੀ ਜਾਂਦੀ ਆ, ਕਰਦੇ ਸਾਰਾ ਕੁਝ ਉਹੀ ਆ, ਰਹਿੰਦੇ ਇਸੇ ਸੰਸਾਰ ਵਿੱਚ ਆ, ਕੱਪੜੇ ਵਸਤਰ ਉਹੀ ਪਾਉਂਦੇ, ਖਾਣਾ ਵੀ ਉਹੀ ਖਾਂਦੇ ਆ, ਪਰ ਕੀ ਆ ਸਾਡੀ ਉਹਦੇ ਤੇ ਡਿਪੈਂਡੈਂਸੀ ਨਹੀਂ, ਲਾਲਚ ਨਹੀਂ, ਆਕਰਸ਼ਣਾ ਨਹੀਂ ਗੀਆਂ, ਕਰਕੇ ਬਾਬਾ ਸਾਡੇ ਅੰਦਰ ਐਸੀਆਂ ਸ਼ਕਤੀਆਂ ਭਰਦੇ ਕਿ ਆਤਮਾ ਆਪਣੇ ਆਪ ਵਿੱਚ ਭਰਪੂਰ ਆ। ਅੱਜ ਦਾ ਗੀਤ ਆ ओम नमो शिवाय। ओम शांति। बच्चे ये तो समझ गए हैं कि शिव बाबा हमको समझाते हैं, घड़ी घड़ी तो नहीं कहेंगे भगवान वाच, ये तो कायदा नहीं कि घड़ी घड़ी अपनी महिमा करनी है। शिव बाबा जो सबका बाप है वह हम बच्चों को बैठ समझाते हैं। देखो बाबा कहते रोज रोज तो नहीं बाप हुण दसूगा कि मैं तुहानू पढ़ा रहा आ, पर बाबा तो रोज रोज दसदे आ, पर फिर भी किया बाबा कहते हुण बच्चों नू आपे ही निश्चय होना चाहिए कि सानू पढ़ाउण वाला किड्डा ऊच आ, है ना। ऊच ते ऊच बाप पढ़ाउंदा ते उह तों प्राप्तियां भी सानू किन्नियां ऊच हो रही। बाबा कहते भविष्य 21 जन्मों के लिए अटल अखंड दैवी स्वराज्य प्राप्त कराते हैं। जैसे स्कूल अथवा कॉलेज में बच्चे जानते हैं कि टीचर हमें आप समान बैरिस्टर बना रहे हैं, एम ऑब्जेक्ट है। बाकी सत्संगों में जो जाते हैं वेद शास्त्र आदि सुनने के लिए, उससे तो कुछ मिलता नहीं है। इसलिए टीचर फिर भी अच्छे होते हैं जो शरीर निर्वाह अर्थ कोई जिस्मानी विद्या सिखलाते हैं जिससे आजीविका होती है। बाबा अपना टीचर आ, बाबा कहते लौकिक टीचर भी जो पढ़ाते आ, बैरिस्टर पढ़ाऊगा, जिस सबजैक्ट का जो टीचर होवे ਉਹੀ ਬਣਾਉਂਦਾ ਨਾ, बैरिस्टर पढ़ाऊगा तो बैरिस्टर बनाऊगा। बाबा कहते इदां ही अपना ये स्कूल आ, है ना, अपनी रूहानी यूनीवर्सिटी आ, रूहानी यूनीवर्सिटी दे आपां स्टूडेंट आ, बाबा साडा टीचर आ ते जिद्दां दा टीचर आ अपने समान सानू बनाउंदा ना कि ਉਹ विश्व ਦਾ मालिक आ, आदि मध्य अंत ਦਾ ਗਿਆਨ ਉਹਦੇ ਅੰਦਰ ਆ, जो ਉਹਦਾ ਆ ਉਹ ਸਾਰਾ ਸਾਨੂੰ ਦਿੰਦਾ। बाबा की अपनी प्राप्ति किया एम ऑब्जेक्ट है ना कि ਅਸੀਂ 21 ਜਨਮਾਂ ਦਾ ਅਟਲ ਅਖੰਡ ਦੇਵੀ ਸਵਰਾਜਿਆ ਪ੍ਰਾਪਤ ਕਰਦੇ। ਬਾਬਾ ਕਹਿੰਦੇ ਸਰੀਰ ਦੀ ਪੜ੍ਹਾਈ ਪੜ੍ਹਦੇ ਆ, ਇੱਕ ਜਨਮ ਦੀ ਆਜੀਵਿਕਾ ਬਣਦੀ ਆ, ਇੱਥੇ ਆਤਮਾ ਪੜ੍ਹਾਈ ਪੜ੍ਹਦੀ ਆ, ਜਨਮ ਜਨਮਾਂਤਰਾਂ ਦੀ ਸਾਡੀ ਕਮਾਈ ਹੋ ਜਾਂਦੀ। ਬਾਬਾ ਕਹਿੰਦੇ ਜਦੋਂ ਵੇਦ ਸ਼ਾਸਤਰ ਪੜ੍ਹਦੇ ਆ ਉੱਥੇ ਆਪਾਂ ਕੀ ਕਰਦੇ ਆ, ਸੁਣਦੇ ਆ ਬਹੁਤ ਅੱਛਾ, ਪਰ ਕੋਈ ਏਮ ਆਬਜੈਕਟ ਨਹੀਂ ਰੱਖਦੇ। ਬਾਬਾ ਫਰਕ ਦੱਸਦੇ ਹਰ ਚੀਜ਼ ਦਾ ਨਾ, ਜਿੰਨਾ ਜਿੰਨਾ ਆਪਾਂ ਇਸ ਗੱਲਾਂ ਨੂੰ ਅੰਡਰਸਟੈਂਡ ਕਰਦੇ ਆ ਕਿ ਪੜ੍ਹਾਈ ਨਾਲ ਸਾਨੂੰ ਪ੍ਰਾਪਤੀਆਂ ਕਿੰਨੀਆਂ ਉੱਚੀਆਂ ਹੁੰਦੀਆਂ, ਫਿਰ ਉਨਾ ਹੀ ਕੀ ਆ ਪੜ੍ਹਾਈ ਨੂੰ ਚੰਗੀ ਤਰ੍ਹਾਂ ਨਾ ਪੜ੍ਹਦੇ। बाबा कहते बाकी सब दुर्गति ही करते हैं। बच्चे शादी ना करना चाहें तो बाप कहेगा कि वर्षा भी नहीं मिलेगा, जहां चाहे वहां चले जाओ, यहाँ तो बाप अमृत भी पिलाते हैं और वर्षा भी देते हैं। कहते हैं
कि पवित्र बनो तो पवित्र दुनिया के मालिक बनेंगे। कितना फर्क है हद के बाप में और बेहद के बाप में। वह रात में ले जाते हैं, ये दिन में ले जाते हैं, ये है ही पतित पावन। बाबा हर एक गल दा सानू समझ दिंदे आ, राइट की आ, रॉन्ग की आ, इस दुनिया ਦੀਆਂ ਮਰਿਆਦਾਵਾਂ ਕੀ ਬਣੀਆਂ ਆ ਤੇ ਉਹਨਾਂ ਦੇ ਨਾਲ ਸਾਨੂੰ ਪ੍ਰਾਪਤੀਆਂ ਜਾਂ ਸਾਨੂੰ ਨੁਕਸਾਨ ਕੀ ਹੋ ਰਹੇ ਆ, ਹਨਾ। ਫਿਰ ਬਾਬਾ ਆਪਣੀ ਉਦਾਹਰਨ ਦਿੰਦੇ ਆ ਕਿ ਉਹ ਬੇਹੱਦ ਦਾ ਬਾਪ ਉਹ ਸਾਨੂੰ ਕਿੰਨੀਆਂ ਉੱਚ ਪ੍ਰਾਪਤੀਆਂ ਕਰਾਉਂਦਾ। ਫਿਰ ਬਾਬਾ ਨੇ ਅੱਜ ਕਿਹਾ ਨਾ ਕਿ ਪਾਵਨ ਬਣਾਉਂਦੇ ਆ, ਕਿ ਪਵਿੱਤਰਤਾ ਦਾ ਕਿੰਨਾ ਮਹੱਤਵ ਆ, ਉਹਦੇ ਨਾਲ ਸਾਨੂੰ ਪ੍ਰਾਪਤੀਆਂ ਕੀ ਹੋ ਰਹੀਆਂ। ਆਤਮਾ ਜੋ ਇੰਨੀ ਦੁਖੀ ਸ਼ਾਂਤ ਹੋ ਗਈ, ਉਤੋਂ ਨਿਕਲ ਗਏ ਸਦਾ ਦੇ ਅਟਲ ਅਖੰਡ ਸੁਖ ਸ਼ਾਂਤੀ ਦਾ ਵਰਸਾ ਪਾ ਰਹੇ ਹਾਂ ਆਪਾਂ। बाबा कहते कितना फर्क है हद के बाप में और बेहद के बाप में। वह रात में ले जाते हैं, ये दिन में ले जाते हैं, ये है ही पतित पावन। कहते भी हैं कि सदगति दाता एक है, जो आकर सबकी सदगति करते हैं, फिर दुर्गति किसने की। बाबा आण के सदगति करते, ਇਹਦਾ मतलब ਅਸੀਂ ਪਹਿਲਾਂ ਦੁਰਗਤੀ ਚ ਆ, ਹਨਾ। ਦੁਰਗਤੀ ਚ ਆ ਤਾਂ ਹੀ ਤਾਂ ਬਾਬਾ ਆਣ ਕੇ ਸਾਨੂੰ ਪਾਵਨ ਬਣਾਉਂਦੇ, ਸਦਗਤੀ ਕਰਦੇ। बाबा कहते ये नहीं जानते, बाप समझाते हैं सब असुरी मत वाले हैं, यहाँ आते हैं असुरों से देवता बनने, ये इंद्रप्रस्थ है। ਆਪਾਂ ਕੀ ਰੋਜ਼-ਰੋਜ਼ ਕਹਿੰਦੇ ਆ, ਮਾਨਸ ਤੇ ਦੇਵਤਾ ਕੀ ਇਹ ਕਰਤ ਨਾ ਲਾਗੀ ਵਾਰ। ਇਹ ਉਹ ਪੀਰੀਅਡ ਚੱਲ ਰਿਹਾ ਨਾ, असुरों तो देवता ਬਣਾਉਂਦੇ। कई असुर भी छिप कर आए बैठते हैं, सब सेंटर्स पर ऐसे छिपे असुर भिखारी बहुत आते हैं, फिर घर में जाकर विष पीते हैं, दो काम तो चल ना सके, ये पत्थर बुद्धि बन पड़ते हैं। बाप को पहचानते ही नहीं, निश्चय बिल्कुल ही नहीं कि हमको बेहद का बाप पढ़ाते हैं। ऐसे ही आकर बैठ जाते हैं तो ना योग लगेगा ना पढ़ाई ही पढ़ सकते, भोगी के भोगी ही होंगे। बहुत समझते हैं कि कोई शक्ति है बस। ਆਪਾਂ ਨੂੰ ਇਹ ਕੀ ਆਦਤ ਆ, ਪੁਰਾਣੀ ਆਦਤ ਆ ਨਾ, ਕਿ ਹਾਂ ਕੋਈ ਸ਼ਕਤੀ ਆ ਜਿਹਨੂੰ ਅਸੀਂ ਪਰਮਾਤਮਾ, ਵਾਹਿਗੁਰੂ, ਨਿਰਾਕਾਰ ਇਦਾਂ ਕਹਿੰਦੇ, ਪਰ ਉਹ ਹੈ ਬਹੁਤ ਦੂਰ ਕਿ ਉਹ ਕਦੀ ਆ ਨਹੀਂ ਸਕਦਾ। ਪਰ ਬਾਬਾ ਕਹਿੰਦੇ ਜਿਹੜੇ ਮੇਰੇ ਬੱਚਿਆਂ ਨੂੰ ਨਿਸ਼ਚੈ ਆ ਕਿ ਸਾਨੂੰ ਪਰਮਾਤਮਾ ਸਾਡਾ ਪਿਤਾ ਬੇਹੱਦ ਦਾ ਬਾਪ ਪੜ੍ਹਾਈ ਪੜ੍ਹਾ ਰਿਹਾ, ਇਸ ਪੜ੍ਹਾਈ ਦੇ ਨਾਲ ਅਸੀਂ ਦੇਵਤਾ ਬਣਦੇ ਆ, ਇਸ ਪੜ੍ਹਾਈ ਦੇ ਨਾਲ ਅਸੀਂ ਸਦਗਤੀ ਨੂੰ ਪਾਉਂਦੇ ਆ, ਤੇ ਉਹ ਪਤਿਤ ਪਾਵਨ ਆ, ਇਸ ਪੜ੍ਹਾਈ ਦੇ ਨਾਲ ਆਤਮਾ ਨੂੰ ਪਾਵਨ ਬਣਾਉਂਦਾ, ਹਨਾ। ਬਾਬਾ ਕਹਿੰਦੇ ਉਹ ਬਾਪ ਦੀਆਂ ਸਿੱਖਿਆਵਾਂ ਨੂੰ ਫੋਲੋ ਕਰਦੇ ਆ, ਆਪਣੇ ਤੇ ਅਟੈਂਸ਼ਨ ਰੱਖਦੇ ਆ, ਸਾਡੇ ਸਾਹਮਣੇ ਏਮ ਆਬਜੈਕਟ ਆ, ਤੇ ਜਿਨ੍ਹਾਂ ਨੂੰ ਨਿਸ਼ਚੈ ਨਹੀਂ ਹੁੰਦਾ, ਇਹਨੂੰ ਲੱਗਦਾ ਉਦਾਂ ਹੀ ਕੋਈ ਸ਼ਕਤੀ ਆ, ਹਨਾ। ਕਈ ਕੀ ਕਰਦੇ ਆ ਕਿ ਬਸ ਜੋ ਆਪਾਂ ਨੂੰ ਪਹਿਲਾਂ ਆਦਤ ਪਈ ਆ ਕਿ ਥੋੜਾ ਜਿਹਾ ਕੁਝ ਕਰਾਂਗੇ, ਇਥੋਂ ਸਾਨੂੰ ਸੁੱਖ ਮਿਲਣਾ ਚਾਹੀਦਾ, ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣੀਆਂ ਚਾਹੀਦੀਆਂ। ਬਾਬਾ ਕਹਿੰਦੇ ਉਹ ਭੋਗੀ ਦੇ ਭੋਗੀ ਆ, ਹਨਾ, कि टेंशन नाल पढ़ाई नहीं पढ़ते। बाबा कहते निराकार शिव बाबा कैसे आ सकता, कोई शास्त्र में भी लिखा हुआ नहीं है, ये है नई बातें। गाते भी हैं शिव जयंती, परंतु पत्थर बुद्धि होने के कारण समझते नहीं है। शिव है तब तो सब भक्त याद करते हैं, कहते भी हैं शिवाय नम, समझते हैं वह परम धाम में रहते हैं। शिवाय नम की कि शिव बाबा जो कल्याणकारी आ, ਉਹਨੂੰ ਸਾਰੇ ਨਮਸਤੇ ਕਹਿੰਦੇ, ਨਮਨ ਕਰਦੇ ਆ ਨਾ, कि शिव परमात्मा नम। बाबा कहते हमारा बाप भी है परम पिता, तो वह सबका फादर हो गया ना। भारत में ऐसे भी हैं जो फादर को नहीं मानते। मनुष्यों को समझाना बहुत मुश्किल है, मनुष्य तो ये भी नहीं समझते कि अभी दुर्गति का समय चल रहा है, कि ਜਿਹੜੇ ਬਾਹਰਲੇ ਸੁੱਖਾਂ ਨੂੰ ਹੀ ਸੱਚੇ ਸੁੱਖ ਸਮਝੀ ਬੈਠੇ ਆ। बाबा कहते वो तो ये भी नहीं जानते कि दुर्गति का समय आ। भक्ति मार्ग में पहले अव्यभिचारी भक्ति थी, अब व्यभिचारी बन गई है। व्यभिचारी और अव्यभिचारी में कितना अंतर है, वह पाप आत्मा वह पुण्य आत्मा। अव्यभिचारी भक्ति है ही सच्ची भक्ति। अव्यभिचारी भक्ति किया एक नू याद करना, एक परमात्मा पिता नू याद करना, ओदी भक्ति करनी। ਤੇ ਵਿਅਭਿਚਾਰੀ ਕੀ ਆ, ਫਿਰ ਬਹੁਤਿਆਂ ਦੀ ਨਾ, ਕਿ ਦੇਵਤਾਵਾਂ ਦੀ, ਪੰਜਾਂ ਤੱਤਾਂ ਦੀ, ਫਿਰ ਜੋ ਵੀ ਭਗਤੀ ਦਾ ਵਿਸਤਾਰ ਹੋ ਗਿਆ। ਪਰ ਅਵਿਅਭਿਚਾਰੀ ਕੀ ਆ, ਇੱਕ ਨਿਰਾਕਾਰ ਸ਼ਿਵ ਪਿਤਾ ਨੂੰ ਯਾਦ ਕਰਨਾ,
जो पतित पावन आ, जो सारिया आत्मावां दा पिता आ, जो दुख हरता सुख करता आ ना। ਜਦੋਂ ਪਿਤਾ ਨੂੰ ਯਾਦ ਕਰਦੇ ਆ ਆਪਣੀ ਚਾਰਜਿੰਗ ਹੁੰਦੀ ਆ। ਭਾਵੇਂ ਭਗਤੀ ਵਿੱਚ ਵੀ ਆਪਾਂ ਨੂੰ ਆਪਣੀ ਪਹਿਚਾਣ ਨਹੀਂ ਹੁੰਦੀ, ਪਰ ਜਦੋਂ ਪਿਤਾ ਨੂੰ ਯਾਦ ਕਰਦੇ ਆ ਆਤਮਾ ਨੂੰ ਸੁੱਖਾਂ ਦੀ ਫੀਲਿੰਗ ਹੁੰਦੀ ਹੈ। बाबा कहते उस समय यानी द्वापर में मनुष्य सुखी भी रहते हैं, धन दौलत आदि सब रहता है, कलयुग में जास्ती दुर्गति को पाते हैं। देखो बाबा कहते जो भावें भगती भी करते हाँ पर उस निराकार ਨੂੰ याद करते हाँ ਤਾਂ द्वापर ਵਿੱਚ भी अपने कोल बहुत धन दौलत आ, ਆਪਾਂ ਨੂੰ कोई दुख नहीं गा, पर इन्ना आ कि सानू अपनी याद नहीं कि मैं आत्मा आ। फिर बाबा कहते जो दुर्गति ਨੂੰ ਪਾਉਂਦੇ ਆ ਕਿੰਨੀ ਭਗਤੀ ਦਾ ਵਿਸਤਾਰ ਹੋ ਜਾਂਦਾ ਆ, फिर आत्मा दुखी शांत होती आ। जब व्यभिचारी भक्ति में आते हैं तब विकारी भी बहुत बनते जाते हैं, दिन प्रतिदिन विकार भी जोर भरते जाते हैं। पहले सतो प्रधान विकार थे, अभी तमो प्रधान विकार है। देखो विकारां नूं भी बाबा कहंदे पहला सतो प्रधान फिर तमो प्रधान। किद्दां आ सतो प्रधान विकार की कवांगे ਜਦੋਂ कदी थोड़ा जिहा गुस्सा कर लिया, कोई शरौंग होया थोड़ा गुस्सा कर लिया, ते तमो प्रधान विकार की आ ਇਹ ਆਪਾਂ ਹੁਣ ਸਾਰੇ ਇਸ ਦੁਨੀਆ ਵਿੱਚ ਦੇਖਦੇ ਹਾਂ ਕਿ ਕਿਤੇ ਵੀ ਕਿਸੇ ਵੀ ਚੀਜ਼ ਦੀ ਸੇਫਟੀ ਨਹੀਂ। ਕਿਸੇ ਸਬੰਧ ਵਿੱਚ ਕੋਈ ਵਸਤੂ ਵੈਭਵ ਆ, ਹਰੇਕ ਚੀਜ਼ ਤੇ ਆਪਾਂ ਡਾਊਟ ਕਰਦੇ ਨਾ, ਹਰੇਕ ਚੀਜ਼ ਵਿੱਚ ਇੰਪਿਉਰਿਟੀ ਆ। बाबा कहते सब बिल्कुल ही तमो प्रधान है। घर घर में कितने झगड़े हैं, शे बाबा बैठ बच्चों को समझाते हैं। श्री कृष्ण तो बाप नहीं ठहरा, कोई की भी बायोग्राफी नहीं जानते हैं, ये है पतित पावन। बाबा आपा नूं इस दुनिया दे सारे चक्कर दा भी दसदे, राइट किया रॉन्ग किया, ਕਿਹੜੀਆਂ ਕਿਹੜੀਆਂ ਚੀਜ਼ਾਂ ਆਤਮਾ ਨੂੰ ਦੁੱਖ ਦਿੰਦੀਆਂ। ਸਾਡੀ ਪਹਿਲਾਂ ਕਿੰਨੀ ਉੱਚੀ ਅਵਸਥਾ ਸੀ, ਵਿਕਾਰਾਂ ਨੇ ਆਤਮਾ ਦੀ ਕਿੰਨੀ ਦੁਰਗਤੀ ਕਰ ਦਿੱਤੀ। दुर्गति के कारण ही आत्मा दुखी शांत आ। बाबा कहते ये है पतित पावन। परम पिता परमात्मा को मानते हैं कि वह ज्ञान का सागर है, पानी का सागर थोड़े ही पतित पावन नॉलेजफुल है। मनुष्य तो पानी के सागर से निकली हुई पानी की नदियों को पतित पावनी समझ लेते हैं। उनसे पूछना चाहिए कि जैसे गीता के भगवान का ऑक्यूपेशन पूछा जाता है, निराकार परमपिता परमात्मा है रचयिता और श्री कृष्ण है रचना। अब बताओ गीता का भगवान कौन? भगवान तो एक को ही कहेंगे। जो गुरबाणी पढ़ते उन्होंने तो पूरा निश्चय है ना कि निराकार जो अलमाइटी अथॉरिटी आ वो निराकार आ, है ना, कोई देहधारी नहीं। पर जेड़े बाबा दे बच्चे गीता पढ़ते आ, बहुतियां दा बलीफ आ कि श्री कृष्ण परमात्मा आ। कि बाबा अपने उन्होंने बच्चों के लिए फिर दसते आ कि उन्होंने बच्चों को समझाओ कि गीता का भगवान कौन। पहला तो यह भी समझना कि गीता किहनूं कहंदे ना, कि गीता एक तो शास्त्र आ जो परमात्मा पिता आपां नूं रोज रोज ज्ञान सुणाउंदे आ। बाबा इहनूं सच्ची गीता कहंदे है ना, कि जदों परमात्मा आण के गीत गाउंदा उहनूं गीता कहंदे। जिस गीता सुनने दे नाल आत्मा दी सदगति हुंदी आ। वेद शास्त्र ग्रंथ दा की आ परमात्मा दी महिमा आ, उस पिता नूं याद कीता, आपां पुकारिया आ, ओहदी महिमा गाई आ। जो करतव्य करके गया उन्हां करतव्यां दी आपां महिमा करदे आ। ते सच्ची गीता की आ आदि मध्य अंत दा ज्ञान, जिहदे नाल आत्मा दी सदगति हुंदी। ते बाबा कहंदे ओह ज्ञान दा सागर, उस ज्ञान इशनान दे नाल आत्मा पावन बनदी आ। पानी नाल तां शरीर नूं पावन कीता जा सकदा, आत्मा जे मत पापां नाल भरी होई आ ਉਹਦੇ ज्ञान इशनान दे नाल पावन बनदी। तो बाबा कहते भगवान तो एक को ही कहेंगे। फिर व्यास को भगवान कैसे कह सकते? तो ऐसे ऐसे प्रश्न पूछना चाहिए। पतित पावन परमपिता परमात्मा ज्ञान का सागर है, उनसे ये ज्ञान गंगाएं कैसे निकलती हैं? कौन आ ज्ञान गंगावां? बाबा ज्ञान का सागर आ। आपां सारे बाबा दे बच्चे की आ ज्ञान गंगावां। बाबा दा ज्ञान सुन के सारियां नाल फिर शेयर करदे ना। बाबा कहंदे परम पिता परमात्मा ब्रह्मा मुख कमल द्वारा ब्राह्मण मुख वंशावली रचते हैं। उन्हों को ब्रह्मा मुख से ज्ञान मिल रहा है। ब्रह्मा कौन? शिव बाबा दा रथ नंबर 1 दी आत्मा 84 दा चक्कर लगा के अपने लास्ट वाले बर्थ विच जदों आ बाबा आण के उस तन दा फिर तो उधार लेंदे, उहदा नाम ब्रह्मा रखदे।
ਕਿ ਉਸ ਨੂੰ ਬ੍ਰਹਮ ਦਾ ਗਿਆਨ ਦਿੰਦੇ। ਫਿਰ ਉਹਦੇ ਮੁਖ ਦੁਆਰਾ ਜੋ ਗਿਆਨ ਆਪਾਂ ਨੂੰ ਮਿਲਿਆ, बाबा अपन अडॉप्ट कर दे, है ना। बाबा कहते जिससे सदगति को पाते हैं, अब पानी के सागर से पावन बनते हैं, वह ज्ञान के सागर से। पानी से मनुष्य तो पावन हो ना सके, तो ये पहेली भी पूछनी पड़े। इनको पूछने से पावन दुनिया का मालिक बन सकते हैं। बुलाते तो उनको ही हैं कि हे पतित पावन सीताराम। फिर गंगा में स्नान आदि करते हैं, तो ये पहेली भी ऐड करनी चाहिए। पहली पहेली किया गीता का भगवान कौन, है ना। फिर सेकंड पहेली बाबा कहते ऐड करो कि सारे कहते आ पतित पावन आओ, कह देंगे पतित पावन सीताराम, है ना। सीता कौन है, ਆਪਾਂ ਸਾਰੀਆਂ ਆਤਮਾਵਾਂ जो रावण 5 विकारां दी जेल विच कैद आ, है ना। ਆਪਾਂ ਬਾਬਾ ਨੂੰ ਪੁਕਾਰਦੇ ਆ ਕਿ ਬਾਬਾ आओ पतित पावन आओ, कि सानू सीतावां ਨੂੰ ਆਣ ਕੇ ਰਾਵਣ ਦੀ ਜੇਲ੍ਹ ਤੋਂ ਛੁਡਾਓ। ਬਾਬਾ ਕਹਿੰਦੇ ਜਦ ਪਰਮਾਤਮਾ ਨੂੰ ਪਤਿਤ ਪਾਵਨ ਕਹਿੰਦੇ ਆ, ਫਿਰ ਤੁਸੀਂ ਗੰਗਾ ਵਿੱਚ ਇਸ਼ਨਾਨ ਕਰਦੇ, ਫਿਰ ਕਹਿੰਦੇ ਕਿ ਹਾਂ ਗੰਗਾ ਪਤਿਤ ਪਾਵਨੀ ਆ, ਹਨਾ। ਹੁਣ ਆਪਾਂ ਨੂੰ ਪਰ ਹਰ ਗੱਲ ਦੀ ਸਮਝ ਆ, ਬਾਬਾ ਗਿਆਨ ਦਾ ਸਾਗਰ, ਅਸੀਂ ਬੱਚੇ ਗਿਆਨ ਗੰਗਾਵਾਂ ਬਣਦੇ, ਇਹ ਗਿਆਨ ਸਾਰਿਆਂ ਨਾਲ ਸ਼ੇਅਰ ਕਰਦੇ, ਇਹ ਗਿਆਨ ਜੋ ਜੋ ਵੀ ਆਤਮਾ ਧਾਰਨ ਕਰਦੀ ਆ ਉਹ ਪਾਵਨ ਬਣਦੀ। पावन की आ जो भी आत्मा ते लेप छेप लगे इस दुनिया ते उतरते जाते। बाबा कहते समय पर हर एक चीज शोभती है, जैसे वो गीता के भगवान वाली पहेली है, वैसे ये भी पहेली है। ख्याल चलते तो है ना, क्या ऐसी चीजें बनाए जो मनुष्य सदैव अपने पास यादगार रखें। अच्छी चीज होगी तो अपने पास रखेंगे, कागज आदि तो फेंक देते हैं। देवताओं की अच्छी चीज होगी तो वह फाड़ेंगे नहीं। सर्विस की प्रैक्टिस वालों का सारा दिन विचार सागर मंथन चलता रहेगा और काम करके दिखाएंगे। बाबा प्यार दा सागर आ ना, बाबा दा अपने हर बच्चे नाल इन्ना प्यार आ। बाबा कहंदे चाहे बच्चे हाले पहचानदे नहीं हैगे, पर बाबा ने इतनी सोहनी अपने बच्चों तो सर्विस कराई। बाबा कहंदे इदां इदां दे गिफ्ट तैयार करो कि जदों बच्चों नूं दवो कोई सिੱਟੇ ना, कि जे ਆਪਾਂ ਕੋਈ ਉਹਦੇ ਪੇਪਰ ਤੇ ਬਣਾ ਕੇ ਦਿੰਨੇ ਆ, ਆਪਾਂ ਇਹਨਾਂ ਯੂਜ਼ ਨਹੀਂ ਕਰਦੇ, ਹਨਾ, ਸਿੱਟ ਵੀ ਦਿੰਦੇ। ਪਰ ਬਾਬਾ ਕਹਿੰਦੇ ਜਦੋਂ ਕੋਈ ਅੱਛੀ ਚੀਜ਼ ਹੋਊਗੀ, ਬਾਬਾ ਦੇ ਬੱਚੇ ਕਿੰਨੀਆਂ ਸੋਹਣੀਆਂ ਪਿਕਚਰਸ ਬਣਾਉਂਦੇ ਆ, ਫਰੇਮ ਕਰਦੇ ਆ, ਹੋਰ ਕਿੰਨੇ ਕਿੰਨੇ ਤਰ੍ਹਾਂ ਦੇ ਡਿਫਰੈਂਟ ਜਿਹਦੇ ਵਿੱਚ ਨਾਲ ਬਾਬਾ ਦੀ ਯਾਦ ਆਉਂਦੀ ਆ। ਪੁਆਇੰਟ ਆਫ ਲਾਈਟ ਦੀਆਂ ਕਿੰਨੀਆਂ ਸੋਹਣੀਆਂ ਲਾਈਟਸ ਬਣੀਆਂ, ਨਾਈਟ ਲਾਈਟਸ ਬਣੀਆਂ ਆ। ਬਾਬਾ ਦੇ ਯੱਗਿਆ ਦੇ ਪੈਨ ਬਾਬਾ ਨੇ ਇਦਾਂ ਬਣਾਏ ਆ, ਹਨਾ। ਕਿੰਨੇ ਕਿੰਨੇ ਤਰ੍ਹਾਂ ਦੀਆਂ ਗਿਫਟਸ ਬਣਾਈਆਂ ਜੋ ਬਾਬਾ ਦੇ ਬਾਬਾ ਕਹਿੰਦੇ ਸਭ ਨੂੰ ਦਿਓ, ਤਾਂ ਕਿ ਹਰੇਕ ਕੋਲ ਬਾਬਾ ਦੀ ਕੋਈ ਨਾ ਕੋਈ ਯਾਦ ਜ਼ਰੂਰ ਹੋਵੇ। ਐਵਰੀ ਡੇ ਦੇ ਥਾਟਸ ਬਣਾਏ ਹੋਏ ਆ, ਬਹੁਤ ਸੋਹਣੇ, ਪੂਰੀ ਬੁੱਕ ਬਣੀ ਹੋਈਆਂ, ਹਨਾ। ਸਾਰਿਆਂ ਨੇ ਨੂੰ ਪਤਾ ਹੈ ਕਿੰਨੇ ਕਿੰਨੇ ਬਾਬਾ ਦੇ ਗਿਫਟਸ ਆ। बाबा कहते देवताओं की अच्छी चीज होगी तो वे फाड़ेंगे नहीं। सर्विस की प्रैक्टिस वालों का सारा दिन विचार सागर मंथन चलता रहेगा और काम करके दिखाएंगे। सिर्फ कहना नहीं है कि ऐसा करना चाहिए, ये किसको कहते हो। बाबा कहते कई बच्चे इदा सलाह करते कि बाबा इदा इदा करो। बाबा कहते करना तो बच्चों ने आ, बाबा करेगा व बच्चे करेंगे, बोलो कौन। बाप तो डायरेक्शन देते हैं। ऐसे अच्छे चित्र कैलेंडर छपाओ, त्रिमूर्ति शिव के कैलेंडर्स निकलने चाहिए। त्रिमूर्ति शिव जयंती कहना राइट है, सिर्फ शिव जयंती कहना रॉन्ग है। कल भी बाबा ने त्रिमूर्ति शिव का कितना डिटेल समझाई ना। त्रिमूर्ति किया ब्रह्मा विष्णु शंकर, कि जदों परमात्मा निराकार अवतरित हुंदे आ, उदों ही आण के ब्रह्मा की रचना करते, कि जिस तन का आधार लेंदे उन्होंने ब्रह्मा कहते, कि ब्रह्म का ज्ञान देंदे, है ना। फिर विष्णु किया, इस ज्ञान के आधार ते आपां विश ते विकारां ते विजय पाउंदे, है ना। सारी ताकत कित्थों मिल रही आ, बाबा तो। बाबा आण के सारी समझ दिंदे ना। फिर अपने ज्ञान का तीसरा नेत्र खुलदा, अपने अंदरलियां विकृतियां ते आपां विजय पाउंदे। आपां ही ब्रह्मा, आपां ही विष्णु, आपां ही शंकर बनदे। ते बनाउण वाला कौन आ, निराकार शिव बाबा। तां करके बाबा कहंदे, बाबा नूं की कहंदे, त्रिमूर्ति शिव जयंती कहना राइट है, कि बाबा दे आउण दे नाल शिव दी जयंती होण नाल ब्रह्मा विष्णु शंकर दी भी जयंती हो गई। सिर्फ शिव जयंती कहना रॉन्ग है। एक बच्चे की दिल है त्रिमूर्ति शिव जयंती का कैलेंडर बनावे, सो भी रंगीन।
त्रिमूर्ति से समझानी अच्छी मिलती है। बाबा लॉकेट भी इसलिए बनवाते हैं कि उनसे अच्छा समझा सकते हैं। ब्रह्मा द्वारा शिव बाबा सदगति करते हैं, तो जो मेहनत करता है वही विष्णुपुरी का मालिक बनता है। ब्रह्मा द्वारा किदां? ब्रह्मा बाबा ਦੇ ਮੁਖ ਦੁਆਰਾ ਆਪਾਂ ਨੂੰ ਗਿਆਨ ਦਿੰਦੇ, ਬ੍ਰਹਮਾ ਬਾਬਾ ਗਿਆਨ ਨੂੰ ਧਾਰਨ ਕਰ ਐਗਜ਼ਾਮਪਲ ਸੈਂਪਲ ਸਾਡੇ ਮੂਹਰੇ ਬਣਦੇ ਹਨਾ। ਇਸ ਗਿਆਨ ਦੇ ਨਾਲ ਆਪਾਂ ਵਿਸ਼ ਤੇ ਵਿਜੇ ਪਾਉਂਦੇ। ਬਾਬਾ ਕਹਿੰਦੇ बाकी जो ज्ञान नहीं ले तो जो मेहनत करता है वही विष्णुपुरी का मालिक बनता है। बाकी जो ज्ञान नहीं लेते उनका विनाश हो जाता है। वह सजाएं भी खाते हैं, पद भी नहीं पाते। ਸਜ਼ਾਵਾਂ ਕਿਹੜੀਆਂ ਆ? ਧਰਮਰਾਜਪੁਰੀ ਦੀਆਂ, ਕਿ ਜੇ ਆਪਾਂ ਇੱਥੇ ਪਾਵਨ ਨਹੀਂ ਬਣਦੇ, ਜੋ ਸਾਡੇ ਸੰਸਕਾਰ ਨਹੀਂ, ਜੋ ਸਾਡੀਆਂ ਮਰਿਆਦਾਵਾਂ ਨਹੀਂ, ਆਪਾਂ ਇੱਥੇ ਜੀਂਦੇ ਜੀ ਉਹਨਾਂ ਨੂੰ ਛੱਡਦੇ ਨਹੀਂ, ਫਿਰ ਬਾਬਾ ਕੀ ਕੀਆ? ਧਰਮਰਾਜਪੁਰੀ ਦੇ ਵਿੱਚ ਉਹਨਾਂ ਦੀ ਲਾਂਡਰੀ ਹੋਊਗੀ, ਹਨਾ। ਬਾਬਾ ਕਹਿੰਦੇ ਜਾਂ ਤਾਂ ਇੱਥੇ ਯੋਗ ਦੇ ਵਿੱਚ ਆਪਣੀ ਲਾਂਡਰੀ ਕਰਕੇ ਕਲੀਨ ਹੋ ਜਾਓ, ਜਾਂ ਫਿਰ ਉੱਥੇ ਧਰਮਰਾਜਪੁਰੀ ਦੇ ਵਿੱਚ। ਪਰ ਜਦੋਂ ਉੱਥੇ ਲਾਂਡਰੀ ਹੋਣੀ ਆ, ਫਿਰ ਆ ਕੀ ਆ? ਬਾਬਾ ਕਹਿੰਦੇ ਸਜ਼ਾਵਾਂ ਵੀ ਖਾਂਦੇ ਆ, ਫਿਰ ਪਦ ਵੀ ਭ੍ਰਸ਼ਟ ਹੋਊਗਾ। ਆਪਾਂ ਇੱਥੇ ਜੀਂਦੇ ਜੀ ਕੀ ਆ? ਆਪਣੇ ਆਪਾਂ ਤਾਕਤ ਰੱਖਦੇ ਕਿ ਹਾਂ ਬਾਬਾ ਅਸੀਂ ਇੰਪਿਓਰ ਹੋ ਗਏ, ਇਸ ਸੰਸਕਾਰ ਸਾਡੇ ਨਹੀਂ, ਦੁੱਖ ਭੈ ਚਿੰਤਾ ਸ਼ਾਂਤੀ ਬੁਰਾ ਸੋਚਣਾ ਮਨ ਦੇ ਅਧੀਨ ਹੋ ਜਾਣਾ, ਇਹ ਸਾਡੇ ਸੰਸਕਾਰ ਨੇ। ਆਪਾਂ ਜੀਂਦੇ ਜੀ ਐਕਸੈਪਟ ਕਰਦੇ, ਆਪਾਂ ਕਹਿੰਦੇ ਹਾਂ ਬਾਬਾ ਅਸੀਂ ਪਰਿਵਰਤਨ ਹੋਣਾ, ਹਨਾ। ਫਿਰ ਬਾਬਾ ਦੀ 1000 ਗੁਣਾ ਮਦਦ ਆਪਾਂ ਨੂੰ ਮਿਲਦੀ ਆ। ਬਾਬਾ ਦੀ ਮਦਦ ਹੀ ਆ ਜੋ ਆਪਾਂ ਆਪਣੇ ਆਪ ਤੇ ਪੁਰਸ਼ਾਰਥ ਕਰ ਰਹੇ ਹਾਂ। ਫਿਰ ਬਾਪ ਸਾਡੇ ਤੇ ਰਾਜੀ ਹੁੰਦਾ ਕਿ ਹਾਂ ਬੱਚਿਆਂ ਨੇ ਮੇਰਾ ਕਹਿਣਾ ਮੰਨਿਆ, ਹਨਾ। ਜਦੋਂ ਕਹਿਣਾ ਮੰਨਦੇ ਆ ਫਿਰ ਕੀ ਆ? ਬਾਬਾ ਆਪਾਂ ਨੂੰ ਵਿਸ਼ਵ ਦੇ ਮਾਲਕ ਬਣਾ ਦਿੰਦੇ ਕਿ ਬੱਚਿਆਂ ਨੂੰ ਰਾਈਟ ਰੋਂਗ ਦੀ ਸਮਝ ਆ। बाबा कहते भक्त भगवान को याद करते हैं, परंतु जब भगवान आते हैं तब कितने थोड़े उन्हें पहचान कर उनका बनते हैं। कोटों में कोई जो मुक्ति के लिए पुरुषार्थ करते हैं वह पद अच्छा पा नहीं सकेंगे। बाबा कहते याद देखो किन्ना सारी दुनिया ही कर दिया याद, है ना, कि परमात्मा आओ आन के सानू सुखां दा वरसा दिओ। ते जदों हुण परमात्मा आया आ ते बाबा कहते कोई पहचान दे, कोटों में कोई। आपा कौन आत्मावां आ? कोटों में कोई आ। बाबा कहते जो मुक्ति के लिए पुरुषार्थ करते हैं वह पद अच्छा पा नहीं सकेंगे। क्यों मुक्ति किया? कि परम धाम विच जाके बह जाना। अपने आप ते पुरुषार्थ नहीं कि बस सानू इस दुनिया तो सानू छुटकारा मिले ते बाबा दे पास जाके बैठ जाना। बाबा कहते विकर्म विनाश नहीं होंगे, इसलिए साक्षात्कार कराया था। धर्म स्थापक भी आते हैं दृष्टि लेने। याद करते करते विकर्म विनाश करते जाएं तो पद ऊंचा पा सकते हैं, और धर्म वाले भी आएंगे सो भी पिछाड़ी में जो बड़े होंगे। बाबा ने ਪਹਿਲਾਂ ਆਪਣੇ ਬੱਚਿਆਂ ਨੂੰ ਸਾਖਸ਼ਾਤਕਾਰ ਕਰਾਇਆ ਸੀ, ਹੈ ਨਾ, ਜਿਨ੍ਹਾਂ ਦਾ ਇਦਾਂ ਦਾ ਪਾਠ ਸੀਗਾ ਕਿ ਧਰਮਰਾਜਪੁਰੀ ਦੀਆਂ ਸਜ਼ਾਵਾਂ ਕਿੱਦਾਂ ਦੀਆਂ ਹੁੰਦੀਆਂ। ਕਹਿੰਦੇ ਇੰਨਾ ਤੜਪਦੇ ਆ ਜਦੋਂ ਆਤਮਾ ਨੂੰ ਪਤਾ ਲੱਗਦਾ ਕਿ ਅਸੀਂ ਕੀ ਬਣ ਸਕਦੇ ਸੀ, ਕੀ ਬਣ ਗਏ ਆ। ਕਹਿੰਦੇ ਉਹ ਦੇਖ ਨਹੀਂ ਹੁੰਦੀਆਂ, ਹਨਾ, ਸਜ਼ਾਵਾਂ ਜਿਹੜੀਆਂ ਆ। ਤਾਈਓ ਆਪਾਂ ਭਗਤੀ ਵਿੱਚ ਕੀ ਕਹਿੰਦੇ ਆ ਕਿ ਉਹ ਤੇਲ ਦੇ ਕੜਾਹੀਆਂ ਵਿੱਚ ਤਲਦੇ ਆ। ਫੀਲਿੰਗ ਉਦਾਂ ਦੀ ਆਉਂਦੀ ਆ ਕਿ ਜਿੱਦਾਂ ਜੀਂਦੇ ਜੀ ਬੰਦੇ ਨੂੰ ਤੇਲ ਵਿੱਚ ਤਲਿਆ ਜਾਂਦਾ ਹੋਵੇ, ਹਨਾ। ਪਰ ਜਦੋਂ ਆਤਮਾ ਦੀ ਉੱਥੇ ਜਾ ਕੇ ਕਲੀਨਿੰਗ ਹੁੰਦੀ ਆ, ਆਤਮਾ ਨੂੰ ਸਮਝ ਆਉਂਦੀ ਆ ਕਿ ਅਸੀਂ ਕੀ ਬਣ ਸਕਦੇ ਸੀ, ਕੀ ਕਰ ਸਕਦੇ ਸੀ, ਕਿ परमात्मा आया ਅਸੀਂ ਉਹਨੂੰ ਪਹਿਚਾਣ नहीं सके। बाबा कहते याद करते करते विकर्म विनाश करते जाएं तो पद ऊंचा पा सकते हैं, और धर्म वाले भी आएंगे सो भी पिछाड़ी में जो बड़े होंगे। ऐसे नहीं कि अभी का पो पाएगा, ना ना, पहले नंबर का पो जो भी अंतिम जन्म में है वह आएगा। हिसाब है बड़ा भारी, अब ये कुंभ का मेला है। देखो पहले नंबर का पोप कौन? कि जो धर्म स्थापक आ, जो अपने पहले जन्म ਵਿੱਚ ਜਿੱਦਾਂ ਦੇ ਸੀਗੇ, ਜੋ ਸੀਗੇ, ਗਾਂ ਤਾਂ ਫਿਰ ਗੱਦੀ ਚੱਲਦੀ ਨਾ, ਹਰ ਧਰਮ ਦੇ ਵਿੱਚ ਕੋਈ ਨਾ ਕੋਈ ਹੈਡ ਬਣਦਾ ਆ ਧਰਮ ਦਾ। ਬਾਬਾ ਕਹਿੰਦੇ ਜਿਹਨੇ ਧਰਮ ਸਥਾਪਨ ਕੀਤਾ ਉਹ ਫਿਰ ਤੋਂ ਵਾਪਸ ਆਉਣਗੇ ਬਾਬਾ ਦੇ ਪਾਸ। ਬਾਬਾ ਨੇ ਕਿਹਾ ਆ ਹੱਟੀ ਇੱਕੋ ਹੀ ਆ, ਸਾਰਿਆਂ ਨੂੰ ਆਣ ਕੇ ਸਲਾਮੀ ਭਰਨੀ ਪੈਣੀ ਆ। ਤੇ ਜੋ ਧਰਮ ਸਥਾਪਕ ਆ ਉਹ ਤਾਂ ਬਾਬਾ ਦੀਆਂ ਸਪੈਸ਼ਲ ਸੋਲਸ ਆ ਨਾ। ਬਾਬਾ ਕਹਿੰਦੇ ਸਾਰੇ ਹੀ ਆਉਣਗੇ ਇੱਥੇ। ये अब ये कुंभ का मेला है, ये सब भक्ति मार्ग की सामग्री है। जब दुर्गति को पाने का पूरा ग्रहण लग जाता है तब बाप आकर 16 कला संपूर्ण बनाते हैं। कुंभ ਦਾ ਮੇਲਾ ਕੀ ਆ? ਕਹਿੰਦੇ ਨਾ 12 ਸਾਲੀ ਆਉਂਦਾ ਤੇ ਕਿੰਨਾ ਭਰਿਆ ਆ ਹੁੰਦਾ ਆ। ਬਾਬਾ ਕਹਿੰਦੇ ਉਹ ਸਮਾਂ ਆ
कि बाबा आण के सानू 16 कला संपूर्ण बनाउंदे। साडे ते जो माया दा विकारां दा ग्रहण लग गया, बाबा दी याद दे नाल ओह उतरदा। बाबा कहंदे ग्रहण को सवदर्शन चक्कर से निकाला जाता है। बाबा ਦੇ ਇਦਾਂ ਦੇ ਫਾਰਮੂਲੇ ਆਪਾਂ ਸਾਰੇ ਜ਼ਰੂਰ ਨੋਟ ਕਰਦੇ ਹੋਣੇ ਆ, ਪਰ ਇਹ ਤੇ ਖਾਸ ਅਟੈਂਸ਼ਨ ਦੇਣੀ ਆ। ਕਿੰਨੀ ਵਾਰੀ ਬਾਬਾ ਕਹਿੰਦੇ ਸਵਦਰਸ਼ਨ ਚੱਕਰ, ਸਵੈ ਦਾ ਦਰਸ਼ਨ ਕਰਨਾ। ਜਦੋਂ ਆਪਾਂ ਪੰਜ ਸਵਰੂਪਾਂ ਦਾ ਅਭਿਆਸ ਕਰਦੇ ਆ, ਤਾਂਹੀਓ ਆਪਣੀ ਹਰ ਮੈਡੀਟੇਸ਼ਨ ਦੇ ਵਿੱਚ ਆਪਾਂ ਚੱਕਰ ਜ਼ਰੂਰ ਫਰਾਉਂਦੇ ਆ, है ना। बाबा ने बहुत अटेंशन खिंचवाई हुआ है थे। बाबा कहते ये जो अपना गोला है उसमें नीचे लिखना चाहिए, ये है सबदर्शन चक्र, ये बहुत अच्छी चीज है, ये ईश्वरीय कोट ऑफ आर्म्स है, ये तो ईश्वरीय बातें हैं। स्लाइड्स जो बना रहे हैं उनके लिए भी बाबा समझानी देते रहते हैं। अगर समझो वो मुरली ना सुने तो डायरेक्शन अमल में ला ना सके। मुरली तो रोज पढ़नी चाहिए। मुरली किया रोज दी बाबा दी अपने लिए रूह रिहान आ, बाबा दी साडे लिए लैटर आ, समझ आ, ज्ञान आ। आपां कवांगे रोज दी साडी आत्मा दी खुराक आ, है ना। मुरली आत्मा दा भोजन है। बाबा कहते सर्विस में जो है उनको एक्ट में आना चाहिए। त्रिमूर्ति का भी स्लाइड्स बनाते हैं, उनमें अक्षर बहुत अच्छे हैं। स्थापना और विनाश, दो गोले भी चाहिए। ये नर्क, ये स्वर्ग, ये आज का भारत और कल का भारत। बाप सेकंड में जीवन मुक्ति देने वाला बैठा है। बाबा को पहचाना, निश्चय हुआ, बस। बाबा अपने बच्चों ਨੂੰ ਸਰਵਿਸ ਦੀਆਂ ਅਲੱਗ-ਅਲੱਗ ਯੁਕਤੀਆਂ ਦੱਸਦੇ ਕਿ ਫਰਕ ਦੱਸੋ ਲੋਕਾਂ ਨੂੰ ਕਿ ਸਤਯੁਗੀ ਦੁਨੀਆ ਕਿੱਦਾਂ ਦੀ ਆ, ਦੁੱਖਾਂ ਦੀ ਕਲਯੁਗੀ ਦੁਨੀਆ ਕਿੱਦਾਂ ਦੀ ਆ, ਹੈਨਾ। ਕਿ ਕਿੰਨੇ ਸੁੱਖ ਗਨੇਰੇ ਸੀ, ਇਹ ਦੁਨੀਆ ਇਦਾਂ ਦੀ ਮੈਲੀ ਨਹੀਂ ਸੀ, ਦੁਖੀ ਨਹੀਂ ਸੀਗੀ। बाबा फिर तो वैसी दुनिया बना रहे आ। बाबा कहते जीवन मुक्ति पाने का पुरुषार्थ चल पड़ता है। जन्म तो लिया ना, बाप से पूरा वर्षा लेना है, फिर विकार की मांग नहीं कर सकते। बाप कहते हैं भ्रष्टाचारी को वर्षा मिल ना सके। प्रैक्टिकल में इनका ब्रह्मा का ही मिसाल देखा ना, ऐसे बहुत मुश्किल निकलते हैं। अपनी इज्जत आदि भी बहुत देखते हैं ना। क्रिएटर बाप है, अपनी इज्जत बहुत देखते हैं कि दुनिया ਦੀ ਲੋਕ ਲਾਜ ਵਿੱਚ ਹੀ ਫਸੇ ਹੋਏ ਆ, ਆ ਕੀ ਕਹੂਗਾ, ਉਹ ਕੀ ਕਹੂਗਾ। ਬਾਬਾ ਕਹਿੰਦੇ ਹੁੰਦੇ ਤੁਸੀਂ ਆਪਣੇ ਆਪ ਨੂੰ ਦੇਖੋ, ਤੁਹਾਨੂੰ ਸੁੱਖ ਕਿੱਥੋਂ ਮਿਲ ਰਿਹਾ। ਬਾਪ ਨੂੰ ਪਹਿਚਾਣ ਲਿਆ, ਜੋ ਆਪਾਂ ਕਹਿੰਦੇ ਲੋਕ ਸੁਖੀਏ ਪਰ ਲੋਕ ਸੁਹੇਲੇ, ਉਹ ਸਮਾਂ ਆਇਆ ਆ, ਹਨਾ। ਫਿਰ ਇੱਧਰ ਉੱਧਰ ਕਿਉਂ ਦੇਖਣਾ। ਬਾਬਾ ਦਾ ਹੱਥ ਫੜੋ, ਬਾਬਾ ਤੋਂ ਵਰਸਾ ਲਓ ਤੇ ਸਾਰਿਆਂ ਨੂੰ ਬਾਬਾ ਦਾ ਗਿਆਨ ਦਿਓ। ਬਾਬਾ ਕਹਿੰਦੇ ਕ੍ਰੀਏਟਰ ਬਾਪ ਹੈ, सबको उनकी आज्ञा पर चलना है। बाबा देखो कह कौन रहा आ, ये सारियां गल्लां प्रैक्टिकल च होणियां इत्थे कि सारे कहणगे हाँ बाप आया, जो बाबा कहंदा वो राइट आ। तुम भी श्रीमत पर नहीं चलते हो तो पद भ्रष्ट हो जाता है। बाप कहते हैं इस ज्ञान मार्ग में नष्टो मोहा अच्छा चाहिए। बाबा की आज्ञा मिली हुई है। जो बच्चे आज्ञाकारी नहीं वह कपूत ठहरे, वह बच्चा बच्चा नहीं। पवित्रता की आज्ञा तो अच्छी है ना, राजयोग तो बाप अभी सिखलाते हैं। राजयोग की अपने कर्मिंद्रियां दे राजा बनना, अपने मन बुद्धि संस्कारां नूं मालक बन के चलाउणा, ये पढ़ाई एक बाप ही पढ़ाउंदे आ। बाबा कहंदे मनुष्य तो बेचारे समझते नहीं, बच्चों में भी नंबरवार पुरुषार्थ अनुसार समझते हैं। बाप इतना डायरेक्शन देते हैं, कोई बच्चे मुश्किल करके दिखाते हैं। बाप कहते हैं त्रिमूर्ति का कैलेंडर बनाना है, सारा मदार है त्रिमूर्ति शिव के चित्र पर, लिखा हुआ है ब्रह्मा द्वारा स्थापना। जरूर शिव बाबा स्वर्ग की स्थापना करेंगे ना। कलयुग असुरी राज्य का विनाश होगा। असुरी राज्य में कितने ढेर हैं, दैवी राज्य में कितने थोड़े हैं। कलयुग ਦੇ ਅੰਤ ਤੇ ਕਿੰਨੀ ਪਾਪੂਲੇਸ਼ਨ ਆ, ਕਰੋੜਾਂ ਚ ਆ ਨਾ। ਤੇ ਸਤਯੁਗ ਦੀ ਬਿਗਨਿੰਗ ਦੀ ਕੀ ਪਾਪੂਲੇਸ਼ਨ ਆ, 9 ਲੱਖ ना। बाबा कहते असुरी राज्य में कितने ढेर हैं, दैवी राज्य में कितने थोड़े हैं। लिखा हुआ भी है कि अनेक धर्मों का विनाश, एक सत धर्म की स्थापना। बाप कहते हैं मैं कितना श्रृंगारता हूँ, फिर भी सुधरते नहीं हैं, उल्टा सुल्टा बोलते रहते हैं। यहाँ बाबा कहते हैं देह सहित जो कुछ है सब कुछ भूल मामे कम याद करो। बुद्धि का योग्य मन बुद्धि दुनिया तो हटा के, बाहर दी आकर्षणा तो हटा के एक बाबा नू याद करना। अपनी देह में भी ना फंसो, किसकी देह में फंसने से गिर पड़ते हैं।
जैसे मम्मा की देह से प्यार था तो मम्मा के जाने के बाद कितने मर गए क्योंकि नाम रूप में फंसे हुए थे। बाप कितना कहते हैं कि देह अभिमानी मत बनो, माँ में कम याद करो। मम्मा ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਕਿੰਨੀ ਯੰਗ ਗਿਆਨ ਵਿੱਚ ਆਏ, ਜਿਨ੍ਹਾਂ ਨੂੰ ਉਹਨਾਂ ਨੇ ਗਿਆਨ ਦਿੱਤਾ ਉਹ ਉਹਨਾਂ ਨਾਲ ਹੀ ਨਾ ਆਕਰਸ਼ਿਤ ਹੋਏ ਕਿ ਹਾਂ ਮੰਮਾ ਹੈਗੀ ਆ ਤਾਂ ਅਸੀਂ ਗਿਆਨ ਚ ਆ। ਜਦੋਂ ਉਹਨਾਂ ਨੇ ਸਰੀਰ ਛੱਡਿਆ ਉਹ ਸਾਰੇ ਵੀ ਗਿਆਨ ਨੂੰ ਛੱਡ ਗਏ। ਤਾਂ ਕਰਕੇ ਬਾਬਾ ਬਾਰ-ਬਾਰ ਕਹਿੰਦੇ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ, ਬਾਬਾ ਨਾਲ ਬੁੱਧੀ ਦਾ ਯੋਗ ਰੱਖਣਾ। ਅੱਛਾ, ਓਮ ਸ਼ਾਂਤੀ। ਹਾਂਜੀ ਰੂਬੀ ਅੱਗੇ ਕੰਟੀਨਿਊ ਕਰਿਓ। ओम शांति। देही अभिमानी बनने में भी बहुत मेहनत है। सारी मेहनत कादे विच? अपने आप ਨੂੰ आत्मा समझण विच कि ਅਸੀਂ देह नहीं, देह ਨੂੰ ਚਲਾਉਣ वाली शक्ति आत्मा। बाप की याद में रहना है, ये बहुत डिफिकल्ट है। देखो बाबा कई बार तो कहते हैं बहुत सहज, मुहब्बत विच याद करो। फिर बाबा कहते देही अभिमानी बनने में बहुत मेहनत है। कई बार बाबा कह देंगे आ ये तो जो तुहाडा अपना ओरिजिनल स्वरूप आ नैचुरल होना चाहिए, ये मेहनत नहीं चाहिए क्योंकि वो सी असल विच ओह आ सी, वो साडी ओरिजिनैलिटी आ। असी भुल के अपने आप नूं जो वस्त्र समझिया, इनू मैं कह लिया, इहदे करके सारे विकारां दे वश हो गए, आत्मा शक्तिहीन होई। ते बाबा कहंदे क्योंकि इन्नी साडे ते रिकॉर्डिंग हो गई बॉडी कॉन्शियस दी, इहदे लई सानू मेहनत लग रही आ, पर होनी नहीं चाहिए क्योंकि बाबा कहंदे हुंदे जो साडा अपना या नैचुरल आ, वो तो ईजी होना चाहिए। देह तां विनाशी आ, वस्त्र आ, जो असीं आप ओरिजिनली हैगे आ, वो समझना तो सानू नैचुरल होना चाहिए। फिर बाबा कहंदे बाप की याद में रहना ये बहुत डिफिकल्ट है। जो साडा आ, अपना आ, जिस तो प्राप्तियां हो रही, जिस तो साडी चार्जिंग हो रही आ, ਉਹਨੂੰ ਤਾਂ याद रखना ईजी होना चाहिए कि वो सानू भुल्ले ना। पर असीं किन्ना संसार दे नाल अटैच्ड हो गए अपने आप नूं भुल्लण दे नाल कि इत्थे ही इन्ना मोह पा लिया आ। साडी बुद्धि हर वेले की आ देह दे संबंधां दे धारियां विच ही घुमदी रहिंदी आ। ज्ञान तो बहुत अच्छा अच्छा सुनाते हैं, योग में मुश्किल रहते हैं। ज्ञान तो एक बार समझ लेंदे आ, समझ आ गई, चक्कर दी भी समझ आ गई, असीं आत्मा आ समझ आ गई, परमात्मा आ समझ आ गई। फिर की आ धारना दे विच जिहड़ी आ सारी ओहदे विच बाबा कहंदे कमजोर आ। ज्ञान सुनाउण विच तां बाबा कहंदे बहुत तिखे हो जांदे, पर की आ धारना जिहड़ी वो करनी मुश्किल आ। जितना रुस्तम उतना माया के तूफान आएंगे। जिन्ना आपां रुस्तम बनदे जांदे उन्ना माया भी रुस्तम बन के साडे नाल लड़दी युद्ध करदी आ। साडा प्राणापन किसी ना किसी के नाम रूप में फंस धोखा खा लेते हैं। इन्नी आपां नूं आदत पई आ देहधारियां दा सहारा लैण दी कि वो सर्वशक्तिमान आके सानू हर रोज कहंदा बच्चे और संग तोड़ एक संग जोड़। ते आपां नूं पता भी, यह समझ भी आ, इन्ने जन्म असीं इत्थे लए, किन्ने शरीर बदले, संबंध बदले, बाहर तो सब कुछ निभाया, पर किसी चीज नाल साडी बैटरी चार्ज नहीं होई ते ना ही संबंधां दी असीं बैटरी चार्ज कर सकदे क्योंकि चार्जिंग स्टेशन सारियां दा एक पिता परमात्मा आ। वो साडे सन्मुख आया आ, वो सानू हर रोज अपने नाल जोड़दा। असीं की साडी बुद्धि किदां दी विकारी हो गई, जो विकारी दुनिया आ इत्थे सृष्टि ते उन्हां वल साडी बुद्धि बार बार भटकदी आ। जिथों पता आ दुख भी मिल रहा आ, बाबा कई बार एग्जाम्पल दिंदे हुंदे ना कि कुत्ता अपनी हड्डी नूं ही चूसी जांदा, अपने खून नूं ही, उहनूं लगदा मैनूं स्वाद इत्थों आ रिहा। ਉਹੀ ਗੱਲ ਆ ना कि अपने आप नूं ही धोखा देई जा रहे आ। बाहरों दुख भी मिल रहा आ। दुख कोई ये नहीं कि जरूरी कोई जिहड़ी चिंता आ, भै आ, डर आ, पता आ जिहड़ी चीज़ां पंजां तत्तां दियां आ ये स्थाई नहीं गियां, उहनां नूं छुट्टण दा डर आ। तो दुख होया ना हर वेले, वो आत्मा नूं अपना सच्चा सुख तां नहीं अनुभव होण दिंदे। पता भी आ पर फिर भी की आ बुद्धि ਉਹਦੇ ਵਿੱਚ बार-बार ਜਾਂਦੀ ਆ। मन बुद्धि ਨੂੰ आदत ਪਈ ਹੋਆ ਤੇ ਸਾਡੀ ਪੜ੍ਹਾਈ ਕੀ ਆ ਰਾਜਯੋਗ। ਆਪਣੀਆਂ ਕਰਮ ਇੰਦਰੀਆਂ ਨੂੰ ਬਾਰ-ਬਾਰ ਹਟਾਉਣਾ, ਉੱਥੋਂ ਬਾਰ-ਬਾਰ ਉੱਥੋਂ ਸਮੇਟ ਕੇ ਮਨ ਜਾਂਦਾ ਆ, ਫਿਰ ਮਨ ਨੂੰ ਮਨਾ ਕੇ ਮੋੜਨਾ, ਉਹਨੂੰ ਮਨ ਮਨਾ ਭਵ ਕਰਨਾ ਇਹ ਪਰਮਾਤਮਾ ਦੇ ਨਾਲ ਮਨ ਨੂੰ ਮਨਾ ਕੇ ਹਰ ਵੇਲੇ ਲਾਉਣਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਾਹਤੇ ਕਿਹਾ ਆ ਹਰ ਨਾਲ ਰਹਿ, ਕਿਉਂਕਿ ਚਾਰजिंग ਉੱਥੋਂ ਹੋਣੀ ਆ।
ਸੰਸਾਰ ਦੇ ਨਾਲ ਮਨ ਲਾਉਂਗੇ, ਸੰਸਾਰ ਦੀ ਮਨ ਇਸ ਵੇਲੇ ਕਿੱਦਾਂ ਦੇ ਆ? ਦੁਖੀ, ਅਸ਼ਾਂਤ ਆ। ਵਾਯੂਮੰਡਲ ਵਿੱਚ ਕਿਹੜੀ એનર્ਜੀ ਆ ਇਸ ਸਮੇਂ? ਦੇਖੋ ਕਿੰਨੀਆਂ ਸੰਸਾਰ ਵਿੱਚ ਕਿੰਨਾ ਦੁੱਖ ਆ, ਅਨਟਾਈਮਲੀ ਡੈਥਸ ਹੋ ਰਹੀਆਂ, ਬਿਮਾਰੀਆਂ ਕਿੱਦਾਂ ਕਿੱਦਾਂ ਦੀਆਂ ਨਿਕਲ ਰਹੀਆਂ, ਐਕਸੀਡੈਂਟਸ ਹੋ ਰਹੇ ਆ, ਪ੍ਰਕਿਰਤੀ ਦੀਆਂ ਆਪਦਾਵਾਂ ਆ ਰਹੀਆਂ ਆ। ਉਹਦਾ ਦੇ ਨਾਲ ਕਿੰਨਾ ਦੁੱਖ ਵਧਿਆ ਆ ਸੰਸਾਰ 'ਚ, ਤੇ ਉਹਦੇ ਵਾਈਬ੍ਰੇਸ਼ਨਸ એનર્ਜੀ ਕਿੱਦਾਂ ਦੀ ਆ ਵਾਯੂਮੰਡਲ 'ਚ, ਤੇ ਉਹਦੇ ਨਾਲ ਸਾਰਿਆਂ ਦੇ ਮਨ ਕਮਜ਼ੋਰ ਆ। ਤੇ ਜੇ ਉਹ ਸ਼ਾਂਤ ਮਨਾਂ ਨੂੰ ਅਸੀਂ ਮਨ ਲਾਉਂਦੇ ਉਹਨਾਂ ਨਾਲ, ਸਾਡਾ ਮਨ ਵੀ ਉਦਾਂ ਦਾ ਹੋ ਜਾਊ। ਤਾਂ ਕਰਕੇ ਬਾਬਾ ਹਮੇਸ਼ਾ ਕਹਿੰਦੇ ਆ, ਮਨ ਮਨਾਵੋ, ਮਨ ਨੂੰ ਮਨਾ ਕੇ ਕੁਛ ਨਾ ਲਾਓ। ਇੱਕ ਉਹੀ ਐਵਰ ਪਿਓਰ ਆ, ਹਾਈਐਸਟ ਪਿਓਰੈਸਟ એનર્ਜੀ ਆ, ਜਿਹਦੇ ਨਾਲ ਆਤਮਾ ਦੀ ਚਾਰਜਿੰਗ ਹੋਊਗੀ। ਹੋਰ ਕੋਈ ਉਪਾਏ ਨਹੀਂ, ਕਿਉਂਕਿ ਆਤਮਾ 7 ਗੁਣਾਂ ਦੀ ਬਣੀ ਆ। 7 ਗੁਣਾਂ ਦਾ ਸਾਗਰ ਕੇਵਲ ਪਿਤਾ ਪਰਮਾਤਮਾ ਆ। ਜੇ ਅਸੀਂ ਉਹਨਾਂ ਮਨ ਬੁੱਧੀ ਨੂੰ ਲਗਾਉਂਦੇ, ਸਾਡੀ ਚਾਰਜਿੰਗ ਹੁੰਦੀ ਹੈ। योग में बड़ी मेहनत है, नॉलेज तो सहज है, योग में ही घड़ी घड़ी भूल जाते हैं। इसलिए बाप कहते हैं विकर्माजीत कैसे बनेंगे। जो एवर प्योर आ, पतित पावन आ, जे ਉਹਨੂੰ ਯਾਦ ਨਹੀਂ ਕਰਾਂਗੇ ਫਿਰ ਪਿਓਰ ਇੱਥੇ ਸਾਨੂੰ ਕੋਈ ਇੱਥੇ ਦੇ ਪਾਣੀ ਨਦੀਆਂ ਤਾਂ ਨਹੀਂ ਸਾਨੂੰ ਪਾਵਨ ਕਰਨ ਲੱਗੇ। ਆਤਮਾ ਦੇ ਉੱਤੇ ਗਿਆਨਤਾ ਦੀ ਲੇਪਸ਼ਿਪ ਚੜੀ ਆ, ਵਿਕਰਮਾਂ ਦਾ ਬੋਝ ਚੜਿਆ ਆ, ਜਿਹਨੂੰ ਅਸੀਂ ਪੁਕਾਰਦੇ ਆਏ, ਪਤਿਤ ਪਾਵਨ ਮੁਕਤੀ ਜੀਵਨ ਮੁਕਤੀ ਦਾਤਾ, ਗਤੀ ਸਦਗਤੀ ਦਾਤਾ ਆਓ। ਤੇ ਫਿਰ ਉਹਦੇ ਨਾਲ ਹੀ ਮਨ ਬੁੱਧੀ ਨੂੰ ਲਗਾਉਣ ਦੇ ਨਾਲ ਸਾਡੇ ਤੋਂ ਵਿਕਰਮਾਂ ਦਾ ਬੋਝ ਉਤਰੂਗਾ ਨਾ। ਇੱਥੇ ਤਾਂ ਜਿਹਦੇ ਨਾਲ ਵੀ ਬੁੱਧੀ ਲਾਵਾਂਗੇ, ਹਰ ਇੱਕ ਤੇ ਵਿਕਰਮਾਂ ਦਾ ਬੋਝ ਚੜਿਆ। ਹਰ ਕਿਸੇ ਨੇ ਇੱਥੇ ਆ ਕੇ ਆਪਣੀ ਯਾਤਰਾ ਤੈਅ ਕੀਤੀ ਆ, ਹਰ ਕੋਈ ਮੈਲਾ ਹੋਇਆ ਆ, ਕੋਈ ਥੋੜਾ ਕੋਈ ਬਹੁਤਾ, ਕੋਈ ਕਿਸੇ ਕੋਨੇ ਤੋਂ, ਕੋਈ ਕਿਸੇ ਕੋਨੇ ਤੋਂ। योग में रहो तो पाप भी नहीं होंगे, नहीं तो 100 गुना हो जाता है। यहाँ तो खुद धर्मराज और बाप दोनों साथ हैं, इसलिए खुद कहते हैं कि बाप के आगे कोई पाप नहीं करना। ਹੁਣ ਆ ਬਾਬਾ ਬਾਪ ਦੇ ਰੂਪ ਵਿੱਚ, ਫੇਰ ਬਣ ਜਾਣਾ ਧਰਮਰਾਜ ਦੇ ਰੂਪ ਵਿੱਚ। ਹੁਣ ਬਾਬਾ ਸਾਨੂੰ ਇੰਨੀਆਂ ਸਿੱਖਿਆਵਾਂ ਦਿੰਦੇ ਆ, ਤੇ ਬਾਬਾ ਕਹਿੰਦੇ ਅੰਤ ਵਿੱਚ ਧਰਮਰਾਜ ਦਾ ਰੂਪ ਧਾਰਨ ਕਰ ਲੈਂਦਾ, ਫਿਰ ਸਾਡੀ ਸੁਣਵਾਈ ਨਹੀਂ ਹੁੰਦੀ। ਸੁਣਵਾਈ ਦਾ ਸਮਾਂ ਹੋਣਿਆ, ਜੋ ਉਹ ਤੋਂ ਪ੍ਰਾਪਤ ਕਰਨਾ ਕਰ ਸਕਦੇ। ਬਾਬਾ ਕਹਿੰਦੇ ਮਨ ਬੁੱਧੀ ਨੂੰ ਲਾ ਕੇ ਰੱਖੋ, ਕੋਈ ਪਾਪ ਕਰਮ ਨਾ ਕਰੋ। ਜੇ ਬਾਬਾ ਨੂੰ ਭੁੱਲਦੇ ਆ, 100 ਗੁਣਾ ਪਾਪ ਚੜ ਜਾਂਦਾ ਸਿਰ ਤੇ, ਕਿ ਜੋ ਵੀ ਕਰਮ ਕਰਦੇ ਆ ਵਿਸਮ੍ਰਿਤ ਹੋ ਕੇ ਕਰਦੇ ਆ। बाप के आगे कोई पाप नहीं करना, नहीं तो 100 गुना दंड पड़ जाएगा। योग से ही विकर्मा जीत बनना है। सब दर्शन चक्कर को तो जानना सहज है, इसलिए गोले के नीचे लिखना है चक्कर, ना के चरखा। सब दर्शन चक्कर सारिਆਂ ਨੂੰ ਪਤਾ ਨਾ। ਆਪਾਂ ਆਤਮਾਵਾਂ ਆਪਣੀ 5000 ਵਰਸ਼ ਦੀ ਯਾਤਰਾ ਆ, ਇਸ ਸ੍ਰਿਸ਼ਟੀ ਰੂਪੀ ਸਟੇਜ ਤੇ 4 ਯੁਗਾਂ ਦੇ ਵਿੱਚ ਅਸੀਂ ਲੰਘਦੇ ਆ। 84 ਅਸੀਂ ਬਰਥਸ ਲੈਂਦੇ ਆ ਨਾ। ਤੇ ਪਹਿਲਾ ਸਾਡਾ ਸਰੂਪ ਹੁੰਦਾ ਜਦੋਂ ਅਸੀਂ ਪਰਮ ਧਾਮ ਵਿੱਚ ਆ, ਨਿਰਾਕਾਰੀ ਅਨਾਦੀ ਸਰੂਪ, ਕਿ ਅਸੀਂ ਸਾਡਾ ਪਿਤਾ ਵੀ ਜੋਤੀ ਬਿੰਦੂ, ਅਸੀਂ ਆਤਮਾਵਾਂ ਵੀ। ਫਿਰ ਸਾਡਾ ਦੂਸਰਾ ਸਰੂਪ ਆ ਦੇਵਤਾ ਸਰੂਪ, ਜਦੋਂ ਆਪਣੀ ਹਾਈਐਸਟ ਪਿਓਰੈਸਟ ਅਵਸਥਾ ਆ ਇਸ ਸ੍ਰਿਸ਼ਟੀ ਤੇ ਉਦੋਂ ਜਦੋਂ ਆਤਮਾ ਆਪਣੇ ਗੁਣਾ ਸ਼ਕਤੀਆਂ ਨਾਲ ਭਰਪੂਰ ਆ, ਆਤਮਾ ਦੀ ਬੈਟਰੀ 100% ਚਾਰਜ ਆ, ਉਹਨੂੰ ਕਹਿੰਦੇ ਦੇਵਤਾ। ਤੇ ਜਦੋਂ ਸ੍ਰਿਸ਼ਟੀ ਸਤਯੁਗੀ ਆ, ਸਾਡੀ એનર્ਜੀ ਇੰਨੀ ਹਾਈ ਆ, 5 ਤੱਤ ਵੀ ਪਿਓਰ ਆ, ਉਹਨੂੰ ਕਹਿੰਦੇ ਸਤਯੁਗ, ਗੋਲਡਨ ਏਜ, ਸਵਰਗ। ਫਿਰ 2 ਕਲਾਮਾਂ ਕੰਮ ਹੁੰਦੀਆਂ, ਤ੍ਰੇਤਾ ਯੁਗ। ਫਿਰ ਬਾਡੀ ਕੌਨਸ਼ੀਅਸ ਹੁੰਦੇ, ਦੁਆਪਰ ਯੁਗ, ਜਿੱਥੋਂ ਭਗਤੀ ਸ਼ੁਰੂ ਹੁੰਦੀ, ਹੋਰ ਧਰਮ ਸ਼ੁਰੂ ਹੁੰਦੇ। ਫਿਰ ਹੁੰਦਾ ਕਲਯੁਗ। ਹੁਣ ਕੀ ਆ? ਕਲਯੁਗ ਦੀ ਵੀ ਅੰਤ ਦੀ ਅਤੀ। ਤੇ ਅਸੀਂ ਸੱਤੋ ਰਜੋ ਤਮੋ, ਦੇਵੀ ਛਤਰੀ ਵੈਸ਼ਵ ਸ਼ੂਦਰ ਬਣਦੇ। ਇਹ ਸਾਡੇ ਮਨ ਦੀਆਂ ਅਵਸਥਾਵਾਂ, ਕੋਈ ਸਰੀਰ ਦੇ ਧਰਮ ਨਹੀਂ। ਤੇ ਹੁਣ ਬਾਬਾ ਆ ਕੇ ਸਾਨੂੰ ਸਾਰੇ ਸਾਡੇ ਚੱਕਰ ਦਾ ਗਿਆਨ ਦਿੰਦੇ, ਜੋ ਅਸੀਂ ਸਾਡੀ ਸਾਰੀ ਯਾਤਰਾ ਰਹੀ, ਅਸੀਂ ਚੱਕਰ ਲਗਾਇਆ ਘਰ ਤੋਂ ਆ ਕੇ। ਤੇ ਬਾਬਾ ਕਹਿੰਦੇ ਜਦੋਂ ਬਾਰ-ਬਾਰ ਤੁਸੀਂ ਚੱਕਰ ਨੂੰ ਫਰਾਉਂਦੇ ਆ, ਸਾਡੀ ਬੁੱਧੀ ਜੋ ਲਿਮਟਿਡ ਹੋ ਗਈ ਆ, ਇੰਨੇ 2 ਅੱਖਾਂ ਨਾਲ ਜੀਵਨ ਦਿਸਦਾ, ਇਹਦੇ ਵਿੱਚ ਅਟਕ ਗਈ ਆ। ਬਾਬਾ ਆ ਕੇ ਸਾਡੀ ਬੁੱਧੀ ਨੂੰ ਵਿਸ਼ਾਲ ਬੁੱਧੀ ਬਣਾਉਂਦੇ, ਦੂਰਾ ਅੰਦੇਸ਼ੀ ਬਣਾਉਂਦੇ, ਜਿਹਦੇ ਨਾਲ ਅਸੀਂ ਜੋ ਇੱਥੇ ਹੀ ਆਪਣੀ ਬੁੱਧੀ ਨੂੰ ਇੰਨਾ ਅਟਕਾਇਆ ਆ, ਦੇ ਤਾਂ ਦੇ ਦੀ ਦੁਨੀਆ ਵਿੱਚ, ਅਸੀਂ ਇਹ ਤੋਂ ਬਿਯੋਂਡ ਜਾਂਦੇ। ਜਿੰਨਾ ਚੱਕਰ ਘੁਮਾਉਂਦੇ, ਉਹਨਾਂ ਹੱਦ ਦੇ ਚੱਕਰਾਂ ਤੋਂ ਮੁਕਤ ਹੁੰਦੇ। ਤੇ ਬਾਬਾ ਕਹਿੰਦੇ ਤਦ ਖਾਲ ਦਿੱਤਾ ਆ ਚਰਖਾ ਨਾ, ਫਲੈਗ ਵਿੱਚ, ਇੰਡੀਆ ਦੇ ਵਿੱਚ,
ਤੇ ਐਕਚੁਅਲੀ ਕੀ ਆ, ਬਾਬਾ ਕਹਿੰਦੇ ਝਾੜ ਦਾ ਜਦੋਂ ਦਿਖਾਉਂਦੇ ਆ ਪੂਰਾ ਹਿਊਮਨ ਟਰੀ, ਉਹਦੇ ਥੱਲੇ ਦਿਖਾਓ ਗੋਲੇ ਦਾ ਚੱਕਰ ਦਾ ਚਿੱਤਰ, ਕਿੱਦਾਂ ਅਸੀਂ ਇੱਥੇ ਆ ਕੇ ਚੱਕਰ ਲਗਾਇਆ। बाबा युक्तियां तो बहुत बतलाते हैं, बच्चों को एक्ट में लाना है कि साडा सारा राज जो की आ प्रैक्टिकल आ, जो बाबा कहते उन्होंने प्रैक्टिकल च लाइफ विच जीवन विच धारण करके संस्कारां विच उतारना आ। अच्छा, मीठे मीठे सिकिलदे बच्चों प्रति माता पिता बाप दादा का याद प्यार और गुड मॉर्निंग। रूहानी बाप की रूहानी बच्चों को नमस्ते। हम रूहानी बच्चों की रूहानी माता पिता बाप दादा को याद प्यार, गुड मॉर्निंग और नमस्ते। नमस्ते बाबा, थैंक यू बाबा। धारणा के लिए मुख्य सार है नंबर 1, किसी भी देहधारी के नाम रूप में अटकना नहीं है, अपनी देह में भी नहीं फंसना है कि देह ना ही इन्नी अटैचमेंट होवे असी सारा दिन इहदे ही काम विच लगे रहिए। अपने जो अंदर सुंदर सितारा आत्मा बैठा आ, इहदे वाले टेंशन ना दईए। तो फिर की आ, जो अमुल्य चीज आ, जो अविनाशी आ, ते ये देह तां पता आ इहदी एक लिमिट आ, ਇਹਦਾ ਇੱਕ ਫਿਕਸਡ ਸਮਾਂ ਆ। ਇਦਾਂ ਦੇ ਆਪਾਂ ਕਈ ਸਰੀਰ ਲੈਂਦੇ ਆਏ, ਛੱਡਦੇ ਆਏ ਨਾ, ਯਾਤਰਾ ਲੰਬੀ ਤੈਅ ਕੀਤੀ ਆ। ਹੁਣ ਇਹਦੀ ਟੇਕਰ ਤਾਂ ਕਰਨੀ ਆ, ਕਿਉਂਕਿ ਇਹਦੇ ਵਿੱਚ ਬੈਠ ਕੇ ਤਾਂ ਆਪਾਂ ਆਪਣੇ ਨੂੰ ਪਿਊਰੀਫਾਈ ਕਰ ਰਹੇ ਆ, ਆਪਣੀ ਰੀਪ੍ਰੋਗਰਾਮਿੰਗ ਕਰ ਰਹੇ ਆ, ਆਪਣੀ ਡੈਸਟਨੀ ਰੀਰਾਈਟ ਕਰ ਰਹੇ ਆ। ਪਰ ਮਨ ਬੁੱਧੀ ਦੇ ਵਿੱਚ ਸਦਾ ਇਹ ਰਹੇ ਕਿ ਅਸੀਂ ਇਹ ਦੇਹ ਨਹੀਂ, ਅਸੀਂ ਆਤਮਾ ਆ। ਸਮ੍ਰਿਤੀ ਦਾ ਸਵਿਚ ਜਿਹੜਾ ਆ ਉਹ ਸ਼ਿਫਟ ਕਰਨਾ, ਨਾ ਖੁਦ ਆਪਣੀ ਦੇਹ 'ਚ ਕਿਸੇ ਦੀ ਬੁੱਧੀ ਨੂੰ ਅਟਕਾਉਣਾ, ਨਾ ਕਿਸੇ ਦੀ ਦੇਹ ਵਿੱਚ ਆਪਣੀ ਬੁੱਧੀ ਨੂੰ ਅਟਕਾਉਣਾ। ਆਪਣਾ ਮਨ ਬੁੱਧੀ ਵੀ ਨਿਰਾਕਾਰ ਪਰਮਾਤਮਾ ਨਾਲ ਲਾਉਣਾ, ਚਾਰਜਿੰਗ ਸਟੇਸ਼ਨ ਪਾਵਰ ਹਾਊਸ ਨਾਲ, ਤੇ ਬਾਕੀਆਂ ਦਾ ਵੀ ਯੋਗ ਉਸ ਪਿਤਾ ਪਰਮਾਤਮਾ ਨਾਲ ਜੋੜਨਾ, ਕਿਉਂਕਿ ਪ੍ਰਾਪਤੀ ਸਾਰਿਆਂ ਨੂੰ ਉਤੋਂ ਹੋਣੀ ਆ। ਆਤਮਾਵਾਂ ਦਾ ਪਿਤਾ ਪਰਮਾਤਮਾ ਆ। इसमें बहुत खबरदारी रखनी है। अटेंशन, बाबा ने उदन भी कहना अटेंशन प्लीज, अटेंशन का पहरेदार बिठा के रखना। नंबर 2, ज्ञान मार्ग में नष्टो मोहा जरूर बनना है, पवित्रता की आज्ञा माननी है और दूसरों को भी पवित्र बनाने की युक्ति रचनी है। जो असी खुद पवित्र बनते हाँ, उदों की हुंदा, असी पवित्रता की वैल्यू नूं समझदे। जे असी पवित्रता धारण की तो असी दूसरे नूं करा सकांगे। जे असी खुद असी उहदी वैल्यू नूं समझिया नहीं हाले कि बाबा दा की डूंघाई विच उहदा मतलब आ, बाबा क्यों रोज इन्नी मेहनत साडे ते करदे आ, ते फिर की आ, फिर साडियां वाइब्रेशनस नाल भी दूजियां नूं ओह प्योरिटी दी की आ, सुख दा की उहदा सुख हुंदा, ओह अनुभव हुंदा। ते प्योरिटी कल्ली दूसरी नहीं, बाबा मन बुद्धि संकल्पां दी प्योरिटी भी कहंदे आ कि हर एक लिए शुभ कामना शुभ भावना। नष्टो मोहा किया कि जे असीं किसी नाल अटैचमेंट रखते हाँ, ये भी विकार आ। स्नेह रखना, शुभ कामना शुभ भावनावां रखनियां, अटैचमेंट नहीं रखनी, क्योंकि ना असीं किसी नूं लैके इत्थे इकट्ठे आए सी, ना असीं इकट्ठे जाना है। इत्थे खेल खेडण नूं मिलिया सब कुछ, इत्थे दा इत्थे छड्डना, ते जींदे जी जे मन बुद्धि तो असीं स्मृति नाल जी रहे होवांगे तो फिर की आ, हर परिस्थिति नूं असीं फेस करन लई पावरफुल होवांगे। वरदान, सर्व विकारों के अंश का भी त्याग कर संपूर्ण पवित्र बनने वाले नंबर 1 विजयी भव। संपूर्ण पवित्र वह है जिसमें अपवित्रता का अंश मात्र भी ना हो। पवित्रता ही ब्राह्मण जीवन की पर्सनैलिटी है। ये पर्सनैलिटी ही सेवा में सहज सफलता दिलाती है। लेकिन यदि एक भी विकार का अंश है तो दूसरे साथी भी उसके साथ जरूर होंगे। जैसे पवित्रता के साथ सुख शांति है, ऐसे अपवित्रता के साथ पांचों विकारों का गहरा संबंध है। इसलिए एक ही विकार का अंश ना रहे, तब नंबर 1 विजयी बनेंगे। सतयुग च आपां किद्दां दे हुंदे? संपूर्ण निर्विकारी। संपूर्ण निर्विकारी कहंदे आ ना, बेदाग हीरा आत्मा हुंदी आ। ते बाबा की कहंदे, हुण भी उस जिहड़े सारे विकारां दा एक अंश भी ना रहे, किरिचक मात्र भी धूल ना रहे। बाबा कहंदे फिर ओनू कवांगे नंबर 1 विजयी आत्मा। ते प्योरिटी आत्मा दी पर्सनैलिटी आ, यही आत्मा दी रियलिटी आ। ते जदों आत्मा अपनी रियलिटी विच आ, प्योर आ,
ਤੇ ਆਤਮਾ ਦੇਵਤਾ ਕਹਿਲਾਉਂਦੀ ਆ। ਹੁਣ ਉਹੋ ਹੀ ਆਤਮਾ ਕੀ ਕਹਿਲਾਉਂਦੀ ਆ? ਕਿੱਦਾਂ ਦੇ ਬਣ ਗਏ ਮੈਲੇ ਖਾਰੇ ਕਾਲੇ, ਕਿ ਬਾਬਾ ਕਹਿੰਦੇ ਨਾ ਆਪ ਨੂੰ ਜਾਣਦੇ, ਨਾ ਇਹ ਸਮਝਦੇ ਆ ਕਿ ਵਿਕਾਰਾਂ ਨੇ ਸਾਨੂੰ ਆਪਣੇ ਵਸ਼ ਕੀਤਾ ਆ। ਕਿੱਦਾਂ ਦੀ ਵਿਕਾਰੀ ਬੁੱਧੀ ਹੋਈ ਆ ਕਿ ਰਾਵਣ ਦੇ ਸਿਰ ਲੱਗੇ ਆ। ਤੇ ਬਾਬਾ ਆ ਕੇ ਕਹਿੰਦੇ ਕਿ ਜੇ ਵਿਕਾਰ ਦਾ ਅੰਸ਼ ਵੀ ਰਿਹਾ, ਤੇ ਜਦੋਂ ਦੁਆਪਰ ਤੋਂ ਹੀ ਆਪਾਂ ਦੇਖ ਲਈਏ, ਜਦੋਂ ਤੋਂ ਆਪਾਂ ਬੋਡੀ ਕੌਨਸ਼ੀਅਸ ਹੋਏ, ਇੱਕ ਵਿਕਾਰ ਆਇਆ। ਬੋਡੀ ਕੌਨਸ਼ੀਅਸ ਹੋਣ ਦੇ ਨਾਲ ਕੀ, ਆਪਣੀ ਨੂੰ ਦੇਹ ਦੇਖਿਆ, ਫਿਰ ਦੂਸਰਿਆਂ ਨੂੰ ਦੇਹ ਦੇਖਿਆ, ਫਿਰ ਅਟੈਚਮੈਂਟ ਹੋਈ, ਉਹਦੇ ਨਾਲ ਹੋਰ ਵਿਕਾਰ ਆਏ, ਕ੍ਰੋਧ ਆਇਆ, ਮੋਹ ਆਇਆ, ਹੰਕਾਰ ਆਇਆ, ਲੋਭ ਆਇਆ। ਇਹ ਸਾਰੇ ਕੀ ਕਨੈਕਟਡ ਆ। ਜੇ ਇੱਕ ਵੀ ਰਹਿ ਗਿਆ, ਬਾਬਾ ਕਹਿੰਦੇ ਫਿਰ ਕੀ ਆ, ਬਾਕੀ ਸਾਰਿਆਂ ਨੂੰ ਆਉਣ ਨੂੰ ਦੇਰ ਨਹੀਂ ਲੱਗਦੀ। ਤੇ ਜਿੱਥੇ ਪਵਿੱਤਰਤਾ ਆ, ਉੱਥੇ ਸੁਖ ਸ਼ਾਂਤੀ ਆ। ਪਵਿੱਤਰਤਾ ਸੁਖ ਸ਼ਾਂਤੀ ਦੀ ਜਨਨੀ ਆ। ਕਿਉਂਕਿ ਜਦੋਂ ਪਿਉਰਿਟੀ ਹੋਗੀ, ਜੇ ਸਾਡੇ ਗਿਆਨ ਦਾ ਤੀਸਰਾ ਨੇਤਰ ਆ, ਉਹਦੇ ਵਿੱਚ ਕੋਈ ਧੂਲ ਨਹੀਂ, ਕਿਸੇ ਬਾਰੇ ਵੀ ਕੋਈ ਸੰਕਲਪ ਮਾਤਰ ਵੀ ਕਿਸੇ ਲਈ ਮੈਲਾ ਨਹੀਂ, ਉੱਥੇ ਸੁਖ ਸ਼ਾਂਤੀ ਆ। ਤੇ ਜੇ ਗਿਆਨ ਦੇ ਤੀਸਰੇ ਨੇਤਰ ਵਿੱਚ ਇੱਕ ਕੁਛ ਵੀ ਪੈ ਜਾਵੇ, ਰੀਣ ਵੀ ਕੁਛ, ਧੂਲ ਦਾ ਇੱਕ ਕੰਕਰ ਵੀ ਪੈ ਜਾਵੇ, ਫਿਰ ਕੀ ਆ, ਧੁੰਦਲਾ ਦਿਸੂਗਾ। ਏਦਾਂ ਹੀ ਬਾਬਾ ਕਹਿੰਦੇ ਅੰਸ਼ ਮਾਤਰ ਵੀ ਜੇ ਰੀਣ ਵੀ ਕੁਛ ਵਿਕਾਰ ਰਹਿ ਗਿਆ, बुद्धि रूपी बर्तन की मैला होगा। स्लोगन, हिम्मत का एक कदम रखो तो 1000 गुना मदद मिल जाएगी। जो भी आपां धारनावां करदे जां ज्ञान अपने अंदर समझ आउंदा जां अपनी बुद्धि ने इस कलयुगी दुनिया विच रहिंदे होए उस पिता परमात्मा नूं पहचानिया, ये कोई अपनी हिम्मत नहीं गी, परमात्मा ने सानूं मदद कीती। पर असी साडा की निकलिया, साडी हिम्मत की निकली कि असी क्या जी बाबा कि हाँ उही परमात्मा आ। पर बुद्धि नूं किहने टच कीता? उस पिता ने टच कीता। असी एक कदम वधाया, हाँ बाबा तुसी क्या असी आत्मा, असी आत्मा, तुसी क्या तुसी पिता परमात्मा, तुसी पिता परमात्मा। बाकी जिहड़ा सारा काम आ वो फिर बाबा की आ कि जिद्दां जिद्दां आपां एक कदम वधाउंदे जांदे, बाबा दी पदम गुणा मदद आ। ਆਪਾਂ ਕਹਿੰਦੇ ਨਾ ਸਤਿਗੁਰ ਕੋਟ ਪੈਂਡਾ ਹੋਏ ਚੱਲ, ਕਿ ਉਹ ਕਿੰਨੀ ਸਾਨੂੰ ਆ ਕੇ ਮਦਦ ਦਿੰਦਾ, ਸਾਨੂੰ ਅੱਗੇ ਵਧਾਉਂਦਾ। ਅਸੀਂ ਰੋਜ਼ ਕੀ ਕਹਿੰਦੇ ਅੰਮ੍ਰਿਤ ਵੇਲੇ, ਬਾਬਾ ਜੋ ਆ ਜੈਸੇ ਆ ਆਪ ਦੇ ਆ। ਹੁਣ ਤੁਸੀਂ ਆਹ ਸਾਡੇ ਵਿੱਚ ਹੈਗਾ, ਏਦਾਂ ਅਸੀਂ ਹੁਣ ਚੱਕਰ ਲਾਇਆ, ਤੁਹਾਨੂੰ ਪਤਾ, ਤੇ ਸਾਨੂੰ ਹੁਣ ਤੁਸੀਂ ਕਲੀਨ ਕਰੋ। ਤੇ ਬਾਬਾ ਹਰ ਰੋਜ਼ ਫਿਰ ਕੀ ਕਰਦੇ? ਗਿਆਨ ਅੰਮ੍ਰਿਤ ਦੇ ਨਾਲ ਸਾਨੂੰ ਇਸ਼ਨਾਨ ਕਰਾਉਂਦੇ। ਤੇ ਜਿੰਨਾ ਜਿੰਨਾ ਸਾਡੇ ਅੰਦਰ ਗਿਆਨ ਭਰਦਾ ਜਾਂਦਾ, ਇਹ ਰਾਜ ਯੋਗ ਜੋ ਸਾਨੂੰ ਬਾਬਾ ਸਿਖਾਉਂਦੇ ਆ, ਅਸੀਂ ਕੀ ਆ, ਆਪਣੇ ਕਰਮ ਇੰਦਰੀਆਂ ਦੇ ਮਾਲਕ ਬਣਦੇ। ਸੋਲ ਕੌਨਸ਼ੀਅਸ ਪਹਿਲਾਂ ਤਾਂ ਸਮ੍ਰਿਤੀ ਦਾ ਸਵਿਚ ਔਨ ਹੁੰਦਾ, ਫਿਰ ਜੋ ਵੀ ਸਾਡੀਆਂ ਕਰਮ ਇੰਦਰੀਆਂ, ਅਸੀਂ ਇਹਨਾਂ ਨੂੰ ਮਾਲਕ ਬਣ ਕੇ ਚਲਾਉਂਦੇ। ਮਾਲਕ ਬਣ ਕੇ ਕੀ, ਕਿ ਸੀਟ ਤੇ ਸੈੱਟ ਹੋ ਕੇ ਆਪਣਾ ਚਾਰਜ ਸੰਭਾਲਦੇ, ਕਿ ਮਨ ਨੂੰ ਕਿੱਥੇ ਕਿੰਨਾ ਲਾਉਣਾ, ਕੀ ਸੋਚਣਾ, ਉਹਦਾ ਕੰਟਰੋਲ ਸਾਡੇ ਕੋਲ ਆ। ਦੁਆਪਰ ਤੋਂ ਕੀ ਆ, ਮਨ ਨੇ ਸਾਨੂੰ ਚਲਾਇਆ, ਤੇ ਹੁਣ ਅਸੀਂ ਆਪਣਾ ਚਾਰਜ ਸੰਭਾਲਦੇ। ਜੋ ਆਪਾਂ ਕਹਿੰਦੇ ਸੀ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਹੁਣ ਅਸੀਂ ਆਪਣੇ ਆਪ ਨੂੰ ਪਹਿਚਾਨ ਲਿਆ। ਬਾਬਾ ਨੇ ਸਾਨੂੰ ਪਹਿਚਾਨ ਦਿੱਤੀ ਕਿ ਅਸੀਂ ਤਾਂ ਸੁੰਦਰ ਦਿव्य ਸ਼ਕਤੀ ਆਤਮਾ, ਤੇ ਸਾਰੀਆਂ ਕਰਮ ਇੰਦਰੀਆਂ ਕੀ ਕੰਟਰੋਲ ਵਿੱਚ ਹੋ ਗਈਆਂ। ਅੱਛਾ, ਓਮ ਸ਼ਾਂਤੀ। ਆਪਣੀ ਮੁਰਲੀ ਪੂਰੀ ਹੋਈ ਆ। ਕੁਛ ਦੇਰ ਸਾਇਲੈਂਸ ਦੇ ਵਿੱਚ ਪੂਰੀ ਮੁਰਲੀ ਨੂੰ ਆਪਾਂ ਅੰਦਰ ਸਮਾ ਲੈਂਦੇ। ਓਮ ਸ਼ਾਂਤੀ। ਕਿਸੇ ਨੂੰ ਕੋਈ ਕੁਐਸਚਨ ਹੋਵੇ, ਕੋਈ ਸ਼ੇਅਰ ਕਰਨਾ ਹੋਵੇ ਤਾਂ ਕਰ ਸਕਦੇ। ਕੋਈ ਪੁਆਇੰਟ ਸ਼ੇਅਰ ਕਰਨਾ। ਅੱਛਾ, 1 ਮਿੰਟ ਬਾਬਾ ਨੂੰ ਯਾਦ ਕਰਦੇ, ਮਸਤਕ ਵਿੱਚ ਦੇਖਦੇ। ਮੈਂ ਚਮਕਦਾ ਹੋਇਆ ਸੁੰਦਰ ਸਿਤਾਰਾ ਆਤਮਾ ਹਾਂ, ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ। ਇਹ 5 ਤੱਤਾਂ ਦਾ ਸ੍ਰੀ ਰੂਪੀ ਕਾਸਟਿਊਮ ਪਹਿਨ ਕੇ ਇਸ ਬੇਹੱਦ ਦੇ ਸ੍ਰਿਸ਼ਟੀ ਰੂਪੀ ਨਾਟਕ ਮੰਚ ਵਿੱਚ ਪਾਰਟ ਪਲੇ ਕਰ ਰਹੀ ਹਾਂ। मैं आत्मा इस सृष्टि से ते 5000 साल तो हाँ। 84 जन्मां दी सीढ़ी उतरे,
4 ਯੁਗਾਂ ਦਾ ਚੱਕਰ ਪੂਰਾ ਕੀਤਾ ਤੇ ਦੁਆਪਰ ਤੋਂ ਖੁਦ ਨੂੰ ਭੁੱਲਣ ਦੇ ਕਾਰਨ ਵਿਕਾਰਾਂ ਦੀ ਪ੍ਰਵੇਸ਼ਤਾ ਹੋਈ, ਬਾਡੀ ਕੌਨਸ਼ੀਅਸ ਹੋ ਗਏ। ਹੁਣ ਸਾਡੇ ਪਿਤਾ ਨੇ ਆ ਕੇ ਸਾਨੂੰ ਸਮਝ ਦਿੱਤੀ, ਸਾਡੀ ਪਹਿਚਾਣ ਦਿੱਤੀ ਕਿ ਬੱਚੇ ਤੁਸੀਂ ਦੇਹ ਨਹੀਂ ਆਤਮਾ ਹੋ, ਤੇ ਜੋ ਵੀ ਸਾਡੇ ਵਿੱਚ ਕਮੀਆਂ ਕਮਜ਼ੋਰੀਆਂ ਵਿਕਾਰ ਭਰ ਗਏ, ਇਹ ਸਾਡੇ ਨੇ, ਇਹ ਮਤ ਪਾਪਾਂ ਨਾਲ ਭਰੀ। ਤੇ ਬਾਬਾ ਸਾਨੂੰ ਹਰ ਰੋਜ਼ ਐਸਾ ਗਿਆਨ ਦਾ ਅੰਮ੍ਰਿਤ ਦਿੰਦੇ ਜਿਸ ਦੇ ਨਾਲ ਅਸੀਂ ਇਹ ਵਿਕਾਰਾਂ ਤੇ ਜਿੱਤ ਪਾ ਕੇ ਵਿਕਰਮਾ ਜੀਤ ਬਣ ਜਾਂਦੇ, ਮਾਇਆ ਜੀਤ ਜਗਤ ਜੀਤ ਬਣ ਜਾਂਦੇ ਤੇ ਆਪਣੇ ਓਰੀਜਨਲ ਸੰਸਕਾਰਾਂ ਨੂੰ ਯੂਜ਼ ਕਰਦੇ ਤੇ ਆਪਣੇ ਆਪ ਨੂੰ ਹਰ ਰੋਜ਼ ਸੈਲਫ ਰਿਅਲਾਈਜ਼ ਕਰਕੇ ਡੀਪ ਕਲੀਨਿੰਗ ਕਰਦੇ, ਪਿਊਰੀਫਾਇਰ ਬਾਬਾ ਦੇ ਨਾਲ ਮਨ ਬੁੱਧੀ ਨੂੰ ਲਗਾ ਕੇ ਰੱਖਦੇ ਤੇ ਜਿਸ ਦੇ ਨਾਲ ਸਾਡੀ ਮਤ ਜੋ ਪਾਪਾਂ ਨਾਲ ਭਰ ਗਈ ਉਹ ਸ਼ੁੱਧ ਹੋ ਜਾਂਦੀ ਤੇ ਅਸੀਂ ਧਰਮਰਾਜਪੁਰੀ ਦੀਆਂ ਸਜ਼ਾਵਾਂ ਤੋਂ ਬਚ ਜਾਂਦੇ। ਸਾਨੂੰ ਧਰਮਰਾਜਪੁਰੀ ਕਸਟਮਪੁਰੀ ਦੇ ਵਿੱਚ ਦੀ ਗੁਜ਼ਰਨਾ ਨਹੀਂ ਪੈਂਦਾ। ਉੱਠਦੇ ਬੈਠਦੇ ਕੰਮ ਕਰ ਕਰਦੇ ਸਦਾ ਮਨ ਬੁੱਧੀ ਦਾ ਯੋਗ ਇੱਕ ਉਸ ਪਿਤਾ ਦੇ ਨਾਲ ਲੱਗ ਕੇ ਰੱਖਦੇ, ਹੱਥਕਾਰ ਵਿੱਚ ਦਿਲ ਕਰਤਾਰ ਵਿੱਚ ਉੱਠਦੇ ਬੈਠਦੇ ਸੌਂਦੇ ਖਾਂਦੇ, ਜਿੰਨਾ ਇਸ ਯਾਦ ਵਿੱਚ ਰਹਿੰਦੇ ਆਤਮਾ ਪਿਓਰ ਹੁੰਦੀ ਜਾਂਦੀ, ਪਾਪਾਂ ਦਾ ਬੋਝ ਉਤਰਦਾ ਜਾਂਦਾ। ਓਮ ਸ਼ਾਂਤੀ। ਥੈਂਕ ਯੂ ਬਾਬਾ, ਥੈਂਕ ਯੂ एवरीवन ਫॉर ਜੁਆਇਨਿੰਗ। ਫਿਰ ਆਪਾਂ ਮਿਲਦੇ ਹਾਂ ਸ਼ਾਮ ਨੂੰ 6 o'clock। ਥੈਂਕ ਯੂ, ਹੈਵ ਅ ਬਿਊਟੀਫੁਲ ਡੇ।